ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਚਰਚਾ ਦੇ ਵਿੱਚ ਸਵਾਗਤ। ਪੰਜਾਬ ਦੀ ਚਰਚਾ ਇਸ ਵਕਤ ਇਹ ਹੈ ਕਿ ਪੰਜਾਬ ਨੂੰ ਖੂਬ ਤਰੱਕੀ ਮਿਲਣੀ ਚਾਹੀਦੀ ਹੈ। ਇਕਨੋਮਿਕਲੀ ਅਰਥਚਾਰਾ ਬਹੁਤ ਅੱਗੇ ਵਧਣਾ ਚਾਹੀਦਾ ਹੈ। ਉਸ ਵਾਸਤੇ ਟਰਾਈ ਹਮੇਸ਼ਾ ਚੱਲਦੀ ਰਹਿੰਦੀ ਹੈ ਕਿ ਪੰਜਾਬ ਦੇ ਵਿੱਚ ਕਿੱਦਾਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਪੈਦਾ ਕਰ ਸਕੀਏ, ਜ਼ਿਆਦਾ ਤੋਂ ਜ਼ਿਆਦਾ ਦੌਲਤ ਦਾ ਉਤਪਾਦਨ ਕਰ ਸਕੀਏ। ਸੋ ਮਾਹਿਰ ਕਹਿੰਦੇ ਨੇ ਕਿ ਖੇਤੀ ਪ੍ਰਧਾਨ ਸੂਬਾ ਹੈ, ਇਸ ਕਰਕੇ ਐਗਰੀਕਲਚਰ ਨੂੰ ਐਜ਼ ਬਿਜ਼ਨਸ ਡਿਵੈਲਪ ਕੀਤਾ ਜਾਵੇ, ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣ ਤੇ ਇੱਕ ਸਹਿਕਾਰੀ ਸਮਿਤੀ ਬਣਾ ਕੇ ਬਹੁਤ ਖੂਬ ਤਰ੍ਹਾਂ ਨਾਲ ਡਿਵੈਲਪ ਕੀਤਾ ਜਾਵੇ ਐਗਰੀਕਲਚਰ ਨੂੰ, ਤੇ ਨਾਲ ਦੇ ਨਾਲ ਇੰਡਸਟਰੀ ਵੀ ਡਿਵੈਲਪ ਕੀਤੀ ਜਾਵੇ ਜਿਹੜੀ ਐਗਰੋ ਬੇਸਡ ਹੋਣੀ ਚਾਹੀਦੀ ਹੈ, ਐਗਰੀਕਲਚਰ ਬੇਸਡ ਹੋਣੀ ਚਾਹੀਦੀ ਹੈ। ਵੈਸੇ ਤੇ ਹਰ ਇੰਡਸਟਰੀ ਦਾ ਰॉ ਮਟੀਰੀਅਲ ਜੋ ਹੈ ਖੇਤੀਬਾੜੀ ਤੋਂ ਹੀ ਮਿਲਦਾ ਹੈ, ਪਰ ਪੰਜਾਬ ਦੇ ਉੱਤੇ ਜਦੋਂ ਫੋਕਸ ਕਰਨਾ ਹੈ ਤਾਂ ਖਾਸ ਤੌਰ ਤੇ ਸਾਨੂੰ ਐਗਰੋ ਬੇਸਡ ਇੰਡਸਟਰੀ ਚਾਹੀਦੀ ਆ। ਸੋ ਐਗਰੋ ਬੇਸਡ ਇੰਡਸਟਰੀ ਦੇ ਨਾਲ ਨਾਲ ਸਮਾਲ ਸਕੇਲ ਇੰਡਸਟਰੀ, ਸਮਾਲ ਸਕੇਲ ਯੂਨਿਟਸ ਵੀ ਚਾਹੀਦੇ ਨੇ, ਕਿਉਂਕਿ ਘਰ ਘਰ ਦੇ ਵਿੱਚ ਜੇ ਰੋਜ਼ਗਾਰ ਸ਼ੁਰੂ ਹੋ ਜਾਵੇ, ਲੋਕ ਚੀਜ਼ਾਂ ਬਣਾਉਣੀਆਂ ਸ਼ੁਰੂ ਕਰ ਦੇਣ ਤਾਂ ਬਹੁਤ ਵਧੀਆ ਹੋਏਗਾ। ਫਿਰ ਉਹਦੇ ਵਾਸਤੇ ਮਾਰਕੀਟ ਵੀ ਚਾਹੀਦੀ ਹੈ ਔਰ ਗਵਰਨਮੈਂਟ ਵੱਲੋਂ ਇੱਕ ਖਾਸ ਤੌਰ ਤੇ ਤਵੱਜੋ ਚਾਹੀਦੀ ਹੈ ਕਿ ਜੋ ਘਰ ਘਰ ਦੇ ਵਿੱਚ ਉਤਪਾਦਨ ਹੋਵੇ ਉਹਨੂੰ ਵੇਚਣਾ ਕਿੱਥੇ ਹੈ। ਗਵਰਨਮੈਂਟ ਖਰੀਦੇ ਉਹਨੂੰ ਡਾਇਰੈਕਟਲੀ ਜਾਂ ਕੋਈ ਪ੍ਰਾਈਵੇਟ ਸੈਕਟਰ ਖਰੀਦੇ ਜਾਂ ਕੋਲੈਬੋਰੇਸ਼ਨ ਨਾਲ ਸੈਮੀ ਗਵਰਨਮੈਂਟ ਹੋਵੇ। ਸੇ ਇਹ ਸਭ ਗੱਲਾਂ ਚੱਲਦੀਆਂ ਪਈਆਂ ਨੇ ਕਿ ਡਿਵੈਲਪ ਕਿੱਦਾਂ ਕਰਨੀ ਹੈ ਇਕੋਨਮੀ, ਕਿਉਂਕਿ ਇੱਕ ਸਰਹੱਦੀ ਸੂਬਾ ਹੈ। ਕੋਈ ਇਹਦੇ ਨਾਲ ਸਮੁੰਦਰੀ ਇਲਾਕਾ ਵੀ ਨਹੀਂ ਹੈ ਕਿ ਜਿੱਥੇ ਪੋਰਟ ਹੋਏ ਔਰ ਸਮੁੰਦਰੀ ਜਹਾਜ਼ ਆਉਣ, ਸ਼ਿਪਸ ਆਉਣ, ਜਿੱਥੇ ਵਪਾਰ ਵਾਸਤੇ ਜੋ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ, ਔਰ ਨਾ ਹੀ ਕੋਈ ਐਡਾ ਵੱਡਾ ਮੇਜਰ ਕੋਈ 에ਅਰਪੋਰਟ ਹੈ ਕਿ ਜਿੱਥੇ 에ਅਰਲਾਈਨਸ, ਕਮਰਸ਼ੀਅਲ 에ਅਰਲਾਈਨਸ ਬਹੁਤ ਜ਼ਿਆਦਾ ਲੈਂਡ ਕਰ ਸਕਣ ਔਰ ਬਿਜ਼ਨਸ ਨੂੰ ਕਾਫੀ ਬੂਸਟ ਮਿਲੇ, ਬੂਮ ਮਿਲੇ। ਔਰ ਇਨਫਰਾਸਟ੍ਰਕਚਰ ਵੀ ਡਿਵੈਲਪ ਹੋ ਰਿਹਾ ਹੈ। ਖੈਰ ਕਾਫੀ ਵਧੀਆ ਡਿਵੈਲਪਮੈਂਟ ਵੀ ਹੈ, ਟਰਾਂਸਪੋਰਟ ਬਹੁਤ ਵਧੀਆ, ਰੋਡਸ ਬਹੁਤ ਵਧੀਆ ਨੇ ਜੋ ਬਿਜ਼ਨਸ ਵਾਸਤੇ ਖਾਸ ਤੌਰ ਤੇ ਚਾਹੀਦੀਆਂ ਨੇ। ਐਗਜ਼ਾਮਪਲ ਹੈ ਚੀਨ ਦਾ ਸਿਲਕ ਰੋਡ, ਅੱਜ ਤੱਕ ਵੀ ਹਿਸਟਰੀ ਦੇ ਵਿੱਚ ਇੱਕ ਖਾਸ ਸਥਾਨ ਰੱਖਦਾ ਕਿ ਇੱਕ ਰੋਡ ਡਿਵੈਲਪ ਕੀਤੀ ਗਈ ਸੀ ਔਰ ਅੱਜ ਵੀ ਚੀਨ ਇਸ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਤਵੱਜੋ ਦੇ ਰਿਹਾ ਕਿ ਇਨਫਰਾਸਟ੍ਰਕਚਰ ਕਿਵੇਂ ਡਿਵੈਲਪ ਕਰੇ ਵੱਖ-ਵੱਖ ਦੇਸ਼ਾਂ ਦੇ ਵਿੱਚ ਤਾਂ ਕਿ ਉਹ ਆਪਣੀ ਮਾਰਕੀਟ ਬਣਾ ਸਕੇ ਗੁੱਡਸ ਦੀ। ਸੋ ਮੈਂ ਗੁੱਡਸ ਦੀ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਮੈਂ ਜਦੋਂ ਹੁਣ ਪੰਜਾਬ ਤੇ ਆਣਾ ਤੇ ਗੁੱਡਸ ਐਂਡ ਸਰਵਿਸਿਜ਼ ਦੀ ਗੱਲ ਕਰਨੀ ਹੈ, ਚੀਜ਼ਾਂ ਦਾ ਉਤਪਾਦਨ ਤੇ ਸਰਵਿਸਿਜ਼ ਦਾ ਉਤਪਾਦਨ, ਜਿਹੜੀਆਂ ਅਸੀਂ ਸੇਵਾਵਾਂ ਦਿੰਦੇ, ਕਿਉਂਕਿ ਦੋ ਹੀ ਚੀਜ਼ਾਂ ਹੁੰਦੀਆਂ ਨੇ ਜਿਹਨੂੰ ਅਸੀਂ ਕਮਰਸ਼ੀਅਲਾਈਜ਼ ਕਰਦੇ ਹਾਂ, ਜਾਂ ਤਾਂ ਅਸੀਂ ਕੋਈ ਚੀਜ਼ਾਂ ਪੈਦਾ ਕਰੀਏ ਜਾਂ ਫਿਰ ਅਸੀਂ ਸੇਵਾਵਾਂ ਪੈਦਾ ਕਰੀਏ, ਹੌਸਪਿਟੈਲਿਟੀ। ਸੋ ਇਹ ਦੋਵਾਂ ਚੀਜ਼ਾਂ ਨੂੰ ਕੰਬੀਨੇਸ਼ਨ ਦੇ ਨਾਲ ਹੀ ਇਕੋਨਮੀ ਗਰੋ ਕਰਦੀ ਹੈ। ਸੋ ਕਾਫੀ ਤਵੱਜੋ ਦਿੱਤੀ ਜਾ ਰਹੀ ਹੈ CM ਮਾਨ ਵੱਲੋਂ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਪੰਜਾਬ ਦੇ ਅੰਦਰ ਇਨਵੈਸਟਮੈਂਟ ਲੈ ਕੇ ਆਈਏ, ਕਿਉਂਕਿ ਪੰਜਾਬ ਬਹੁਤ ਜ਼ਿਆਦਾ ਕਰਜ਼ੇ ਦੇ ਵਿੱਚ ਹੈ ਔਰ ਅੰਦਰੋਂ ਕੋਈ ਇੰਨੇ ਲੋਨਸ ਨਹੀਂ ਮਿਲਦੇ ਪਏ ਪੰਜਾਬ ਸਰਕਾਰ ਨੂੰ, ਪੰਜਾਬ ਦੇ ਲੋਕਾਂ ਕੋਲੋਂ, ਕਿ ਆਪਣੀ ਇੰਡਸਟਰੀ ਡਿਵੈਲਪ ਕੀਤੀ ਜਾ ਸਕੇ। ਇਸ ਕਰਕੇ ਜਰਮਨੀ ਵੀ ਗਏ ਸੀ ਪਰ ਉੱਥੋਂ ਵੀ ਕੋਈ ਖਾਸ ਫਰੂਟਫੁਲ ਰਿਜ਼ਲਟਸ ਨਹੀਂ ਆਏ, ਕੋਈ ਖਾਸ ਨਤੀਜਾ ਨਹੀਂ ਨਿਕਲਿਆ। ਹੁਣ ਮੁੰਬਈ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸ਼ਾਇਦ ਉੱਥੋਂ ਵੱਡੇ ਵੱਡੇ ਕਾਰਪੋਰੇਟਸ ਨੂੰ ਇਨਵਾਈਟ ਕਰ ਸਕਣ ਪੰਜਾਬ ਦੇ ਵਿੱਚ। ਬਟ ਕੁਐਸਚਨ ਇਜ਼ ਦਿਸ, ਦ ਬੋਟਮ ਲਾਈਨ, ਕੋਈ ਵੀ ਬੰਦਾ ਪੰਜਾਬ ਦੇ ਅੰਦਰ ਕਿਉਂ ਇਨਵੈਸਟ ਕਰੇਗਾ, ਉਹਨੂੰ ਕੀ ਫਾਇਦਾ? ਕਿਉਂਕਿ ਬਿਜ਼ਨਸਮੈਨ ਪ੍ਰੋਫਿਟ ਚਾਹੁੰਦਾ ਹੈ, ਪ੍ਰੋਫਿਟ ਉਹਨੂੰ ਮਿਲ ਸਕਦਾ ਪੰਜਾਬ ਦੇ ਵਿੱਚ। ਉਹ ਸਟੇਬਿਲਿਟੀ ਹੈ, ਪੋਲੀਟੀਕਲ ਸਟੇਬਿਲਿਟੀ ਹੈ, ਇਕਨੋਮਿਕ ਸਟੇਬਿਲਿਟੀ ਹੈ। ਐਡਮਿਨਿਸਟ੍ਰੇਸ਼ਨ ਨੂੰ ਲੈ ਕੇ ਵੀ ਆਏ ਦਿਨ ਕੋਈ ਨਾ ਕੋਈ ਗੱਲ ਹੁੰਦੀ ਰਹਿੰਦੀ ਹੈ ਕਿ ਬਹੁਤ ਜ਼ਿਆਦਾ ਸੈਂਸਿਟਿਵ ਮਾਹੌਲ ਬਣਿਆ ਹੋਇਆ ਹੈ ਔਰ ਫਿਰ ਸਰਹੱਦ ਦੇ ਨਾਲ ਲੱਗਦਾ ਹੈ ਸੂਬਾ ਹੈ। ਇਹ ਸਭ ਤਮਾਮ ਗੱਲਾਂ ਕੰਸੀਡਰ ਕਰਦਾ ਹੈ ਕੋਈ ਵੀ ਇਨਵੈਸਟਰ, ਕੋਈ ਵੀ ਬਿਜ਼ਨਸਮੈਨ ਜਦੋਂ ਇਨਵੈਸਟ ਕਰਨਾ ਚਾਹੁੰਦਾ। ਫਿਰ ਵੀ CM ਮਾਨ ਮੁੰਬਈ ਦੇ ਟੂਰ ਤੇ ਜਾਣ ਵਾਸਤੇ ਤਿਆਰ ਨੇ ਕਿ ਇਨਵੈਸਟਮੈਂਟਸ ਲੈ ਕੇ ਆਉਣ ਪੰਜਾਬ ਦੀ ਇਕੋਨਮੀ ਵਾਸਤੇ। ਉਸ ਵਾਸਤੇ ਅਸੀਂ ਗੱਲਬਾਤ ਕਰਾਂਗੇ ਆਪਣੇ ਮਾਹਿਰ ਮਹਿਮਾਨ ਨਾਲ ਜੋ ਸਾਡੇ ਸਟੂਡੀਓਜ਼ ਦੇ ਵਿੱਚ ਮੌਜੂਦ ਨੇ। ਰਾਜੀਵ ਖੋਸਲਾ, ਜਾਣੇ ਮਾਣੇ ਇਕੋਨੋਮਿਸਟ, ਤੁਸੀਂ ਸਾਰੇ ਉਹਨਾਂ ਤੋਂ ਜਾਣੂ ਹੋ। ਵੈਲਕਮ ਟੂ ਦ ਸ਼ੋ ਰਾਜੀਵ ਜੀ, ਪੰਜਾਬ ਚਰਚਾ। ਮਿਹਰਬਾਨੀ ਜੀ, ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸਵਾਗਤ। ਸੋ ਮਾਨ ਸਾਹਿਬ ਕੀ ਦਿਮਾਗ 'ਚ ਲੈ ਕੇ ਹੁਣ ਮੁੰਬਈ ਦੇ ਵਾਸਤੇ ਜਾ ਰਹੇ ਨੇ? ਹੈਗੇ ਤਾਂ ਵੈਸੇ ਆਰਟਿਸਟ ਨੇ ਮੈਂ ਕਿਹਾ ਕਿਤੇ ਮੁੰਬਈ ਫਿਲਮ ਸਿਟੀ ਨੂੰ ਮਿਲਣ ਚੱਲੇ ਨੇ ਐਨੀਵੇਜ਼, ਸੋ WhatsApp ਕੀ ਚਾਹੁੰਦੇ ਨੇ ਉਹ ਮੁੰਬਈ ਤੋਂ? ਦੇਖੋ ਖੰਨਾ ਸਾਹਿਬ, ਇਸ ਵੇਲੇ ਜੋ ਮਾਨ ਸਾਹਿਬ ਦੇ ਦਿਮਾਗ ਦੇ ਵਿੱਚ ਹੈ, ਜਸਟ ਲਾਈਕ ਜਿੱਦਾਂ ਪੁਰਾਣੀਆਂ ਸਰਕਾਰਾਂ ਦੇ ਵਿੱਚ ਸੀਗਾ, ਬਈ ਕਿਸੇ ਤਰੀਕੇ ਦੇ ਨਾਲ ਉਦਯੋਗਿਕ ਜਿਹੜੀ ਸਾਡੇ ਕ੍ਰਾਂਤੀ ਹੈ ਉਹ ਆਵੇ ਪੰਜਾਬ ਦੇ ਵਿੱਚ। ਅਸੀਂ ਜਦੋਂ ਪੁਰਾਣੀਆਂ ਸਰਕਾਰਾਂ ਵੀ ਦੇਖਦੇ ਹਾਂ, ਉਹਨਾਂ ਨੇ ਵੀ ਇਸ ਤਰੀਕੇ ਦੇ ਉਪਰਾਲੇ ਕੀਤੇ ਸਨ। ਪਹਿਲਾਂ ਜਦੋਂ ਅਕਾਲੀ ਦਲ ਸਰਕਾਰ ਸੀ, ਉਹਨਾਂ ਨੇ ਗੱਲ ਕੀਤੀ ਸੀ ਘਰ ਘਰ ਨੌਕਰੀ। ਏਦਾਂ ਹੀ ਜਿਹੜੀ ਕੈਪਟਨ ਸਾਹਿਬ ਦੀ ਸਰਕਾਰ ਆਈ, ਉਹਨਾਂ ਨੇ ਵੀ ਇਸ ਤਰੀਕੇ ਦਾ ਉਪਰਾਲਾ ਕੀਤਾ। 1 ਜੌਬ ਪਰ ਫੈਮਿਲੀ, 55,000 ਜਿਹੜੇ ਹਾਊਸ ਹੋਲਡਸ ਨੇ, ਫੈਮਲੀਜ਼ ਨੇ ਪੰਜਾਬ ਦੇ ਵਿੱਚੋਂ, ਉਹਨਾਂ ਚੋਂ ਹਰ ਘਰ ਦੇ ਵਿੱਚੋਂ ਇੱਕ ਬੰਦੇ ਨੂੰ ਰੁਜ਼ਗਾਰ ਦਿੱਤਾ ਜਾਵੇ। ਪਰ ਇਹ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਨੇ, ਇਹਨਾਂ ਦੇ ਵਿੱਚੋਂ ਦੀ ਸਾਨੂੰ ਕੋਈ ਸਿੱਟਾ ਨਹੀਂ ਨਿਕਲਿਆ। ਹੁਣ ਇਹ ਕੋਈ ਪਹਿਲੀ ਵਾਰੀ ਨਹੀਂ ਹੋ ਰਿਹਾ ਕਿ ਮਾਨ ਸਾਹਿਬ ਜਿਹੜੇ ਨੇ ਉਹ ਇਨਵੈਸਟ ਇਨ ਪੰਜਾਬ ਦਾ
ਦਾਵਾ ਕਰ ਰਹੇ ਆ, ਨਾਰਾ ਲਾ ਕੇ ਉਹ ਚੱਲੇ ਨੇ ਇਨਵੈਸਟਮੈਂਟ ਨੂੰ ਅਟਰੈਕਟ ਕਰਨ ਦੇ ਲਈ। ਇਹ ਪਹਿਲਾਂ ਤੋਂ ਹੁੰਦੀਆਂ ਜਾ ਰਹੀਆਂ ਸਾਰੀਆਂ ਚੀਜ਼ਾਂ। ਪਹਿਲਾਂ ਪਿਛਲੇ ਜੇ ਅਸੀਂ 1 ਸਾਲ ਦੇ ਵਿੱਚ ਘਟਨਾਕ੍ਰਮ ਦੇਖਦੇ ਹਾਂ ਤਾਂ ਪਹਿਲਾਂ ਮਾਨ ਸਾਹਿਬ ਜਿਹੜੇ ਨੇ ਉਹ ਗਏ ਨੇ ਜਰਮਨੀ ਦੇ ਵਿੱਚ। ਉੱਥੋਂ ਦੀ ਇਹ ਕਿਹਾ ਗਿਆ ਵੀ 30,000 ਕਰੋੜ ਰੁਪਏ ਦਾ ਨਿਵੇਸ਼ ਪੰਜਾਬ ਦੇ ਵਿੱਚ ਹੋਇਆ, ਜੋ ਕਿ BMW ਦੇ ਵਾਸਤੇ ਖਾਸ ਕਰਕੇ ਉਚਾਰਿਆ ਗਿਆ ਸੀ ਕਿ BMW ਆਈ ਹੈ, ਪਰ ਇਦਾਂ ਦਾ ਕਿਸੇ ਤਰੀਕੇ ਦੇ ਨਾਲ ਕੋਈ ਵੀ ਚੀਜ਼ ਸਾਨੂੰ ਸਾਹਮਣੇ ਦੇਖਣ ਨੂੰ ਨਹੀਂ ਮਿਲੀ। ਉਸ ਤੋਂ ਬਾਅਦ ਹੈਦਰਾਬਾਦ ਦੇ ਵਿੱਚ ਪਿਛਲੇ ਮਹੀਨੇ ਦੇ ਵਿੱਚ ਸਮਿਟ ਹੋਇਆ, ਉੱਥੇ ਵੀ ਇਨਵੈਸਟ ਇਨ ਪੰਜਾਬ ਦਾ ਨਾਰਾ ਲੱਗਾ। ਹੁਣ ਬੰਬਈ ਵੱਲ ਨੂੰ ਰੁਖ ਕੀਤਾ ਜਾ ਰਿਹਾ, ਪਰ ਸਮੱਸਿਆ ਇਹ ਹੈ ਕਿ ਕਿਆ ਪੰਜਾਬ ਦੇ ਵਿੱਚ ਇਸ ਵੇਲੇ ਨਿਵੇਸ਼ ਆਏਗਾ। ਦੇਖੋ ਇਸ ਵੇਲੇ ਦੀ ਸਭ ਤੋਂ ਵੱਡੀ ਜਿਹੜੀ ਸਾਡੇ ਸਾਹਮਣੇ ਸਮੱਸਿਆ ਖੜੀ ਹੋ ਰਹੀ ਹੈ ਉਹ ਰੇਟ ਆਫ ਇੰਟਰਸਟ ਨੂੰ ਲੈ ਕੇ, ਵਿਆਜ ਦੀਆਂ ਦਰਾਂ ਨੂੰ ਲੈ ਕੇ। ਤੇ ਜਦੋਂ ਵਿਆਜ ਇੰਨਾ ਜ਼ਿਆਦਾ ਵੱਧ ਰਿਹਾ ਹੈ, ਕਿੱਥੋਂ ਦੀ ਇਸ ਵੇਲੇ ਤੁਸੀਂ ਐਕਸਪੈਕਟ ਕਰਦੇ ਹੋ ਕਿ ਜਿਹੜਾ ਨਿਵੇਸ਼ਕ ਹੈ ਉਹ ਇਸ ਵੇਲੇ ਪੰਜਾਬ ਦੇ ਵਿੱਚ ਇਨਵੈਸਟ ਕਰੇਗਾ ਜਾਂ ਹਿੰਦੁਸਤਾਨ ਦੇ ਵਿੱਚ ਜਾਂ ਕਿਸੇ ਵੀ ਪਾਸੇ ਵਰਲਡ ਦੇ ਇਨਵੈਸਟ ਕਰੇਗਾ। 2010 ਤੋਂ ਲੈ ਕੇ 2020 ਦਾ ਜਿਹੜਾ ਦਹਾਕਾ ਸੀ, ਇਹਦੇ ਵਿੱਚ ਵਿਆਜ ਦਰਾਂ ਜਿਹੜੀਆਂ ਸੀ ਉਹ ਘੱਟ ਸਨ। ਇਸ ਕਰਕੇ ਅਸੀਂ ਦੇਖਿਆ ਬਈ ਲਗਾਤਾਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਨਵੈਸਟਮੈਂਟਾਂ ਹੁੰਦੀਆਂ ਰਹੀਆਂ। ਅਸੀਂ ਸਟਾਰਟਅਪਸ ਦੇ ਵਿੱਚ ਖਾਸ ਕਰਕੇ ਇਨਵੈਸਟਮੈਂਟਾਂ ਦੇਖੀਆਂ, ਚਾਹੇ ਉਹ ਵੈਂਚਰ ਕੈਪੀਟਲ ਸੀਗਾ, ਚਾਹੇ ਉਹ ਕਰਾਊਡ ਫੰਡਿੰਗ ਹੋਈ ਹੈ ਜਾਂ ਉਹ ਕਿਸੇ ਤਰੀਕੇ ਹੋਰ ਦੀ ਇਨਵੈਸਟਮੈਂਟ ਹੋਈ ਹੈ। ਕਿਉਂਕਿ ਸੌਫਟ ਬੈਂਕ ਨੇ, ਟੈਂਸੈਂਟ ਨੇ, ਅਲੀਬਾਬਾ ਨੇ, ਜਿਨ੍ਹਾਂ ਨੇ ਇਹਨਾਂ ਦੇ ਵਿੱਚ ਸਟਾਰਟਅਪਸ ਦੇ ਵਿੱਚ ਇਨਵੈਸਟ ਕੀਤਾ ਸੀਗਾ, ਉਹ ਸਸਤੇ ਦਰਾਂ ਦੇ ਉੱਤੇ ਲੋਨ ਲੈ ਕੇ ਕੀਤਾ ਸੀਗਾ। ਹੁਣ ਲੇਕਿਨ ਜਿਸ ਤਰੀਕੇ ਦਾ ਮਾਹੌਲ ਬਣਿਆ, ਲੱਗਦਾ ਨਹੀਂ ਵੀ ਕੋਈ ਇਨਵੈਸਟਮੈਂਟ ਹੋ ਸਕੇ। ਸੋ ਰਿਸਕੀ ਹੈ ਇਹ ਮਾਮਲਾ ਇਨਵੈਸਟਮੈਂਟ ਦਾ। ਫੋਰ ਐਗਜ਼ਾਮਪਲ, ਜੇ ਮੰਨ ਲਓ ਕੋਈ ਕਾਰਪੋਰੇਟ ਹਾਊਸ, ਕੋਈ ਬਿਗ ਬਿਜ਼ਨਸਮੈਨ ਇੰਟਰਸਟਿਡ ਹੋ ਵੀ ਜਾਂਦਾ ਹੈ ਪੰਜਾਬ ਦੀ ਇਕੋਨਮੀ ਦੇ ਵਿੱਚ ਇਨਵੈਸਟ ਕਰਨ ਵਾਸਤੇ, ਸੋ ਤੁਹਾਨੂੰ ਕੀ ਲੱਗਦਾ ਕਿ ਮਾਨ ਸਾਹਿਬ ਦੀ ਸਟ੍ਰੈਟਜੀ ਕੀ ਰਹੇਗੀ? ਸਰਵਿਸ ਸੈਕਟਰ ਨੂੰ ਪ੍ਰਮੋਸ਼ਨ ਮਿਲਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਜਾਂ ਫਿਰ ਇੰਡਸਟਰੀਅਲ ਗੁੱਡਸ ਨੂੰ ਮਿਲਣੀ ਚਾਹੀਦੀ ਹੈ, ਵਾਈਸ ਵਰਸਾ? ਦੋਨੋਂ ਚੀਜ਼ਾਂ ਹੋਣੀਆਂ ਚਾਹੀਦੀਆਂ। ਦੇ ਸ਼ੁੱਡ ਗੋ ਹੈਂਡ ਇਨ ਹੈਂਡ। ਗੋਨ ਆਰ ਦਾ ਡੇਜ਼। ਅਸੀਂ 1991 ਚ ਜਦੋਂ ਆਪਣੇ ਆਪ ਨੂੰ ਲਿਬਰਲਾਈਜ਼ ਕੀਤਾ, ਅਸੀਂ ਆਪਣੇ ਆਪ ਨੂੰ ਲਿਬਰਲਾਈਜ਼ ਤੱਕ ਵਾ ਲਿਆ। ਲਿਬਰਲਾਈਜ਼ ਵੀ ਹੋ ਗਏ, ਅਸੀਂ ਪ੍ਰਾਈਵੇਟਾਈਜ਼ ਵੀ ਹੋ ਗਏ, ਗਲੋਬਲਾਈਜ਼ਡ ਵੀ ਹੋ ਗਏ, ਪਰ ਸਾਡਾ ਮਾਡਲ ਕੀ ਸੀ? ਅਸੀਂ ਜਦੋਂ ਸਾਊਥ ਈਸਟ ਏਸ਼ੀਅਨ ਇਕੋਨਮੀਜ਼ ਦੇਖਦੇ ਹਾਂ, ਅਸੀਂ ਵੀਅਤਨਾਮ ਦਾ ਕੇਸ ਦੇਖਦੇ ਹਾਂ, ਇੰਡੋਨੇਸ਼ੀਆ ਦਾ ਕੇਸ ਦੇਖਦੇ ਹਾਂ, ਬੰਗਲਾਦੇਸ਼ ਦਾ ਕੇਸ ਦੇਖਦੇ ਹਾਂ, ਚਾਈਨਾ ਦਾ ਕੇਸ ਦੇਖਦੇ ਹਾਂ। ਜਦੋਂ ਇਹਨਾਂ ਨੇ ਆਪਣੇ ਆਪ ਨੂੰ ਲਿਬਰਲਾਈਜ਼ ਕੀਤਾ, ਸੋ ਕਾਲਡ ਲਿਬਰਲਾਈਜੇਸ਼ਨ, ਤਾਂ ਉਹਨਾਂ ਦਾ ਸਾਹਮਣੇ ਇੱਕ ਮਾਡਲ ਸੀ। ਉਹਨਾਂ ਦਾ ਮਾਡਲ ਜਿਹੜਾ ਸੀਗਾ ਕਿ ਉਹਨਾਂ ਨੇ ਆਪਣੇ ਉਦਯੋਗਿਕ ਖੇਤਰ ਨੂੰ, ਸਨਅਤੀ ਖੇਤਰ ਜਿਹੜਾ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਭਾਰਿਆ। ਉਹਨਾਂ ਦਾ ਮਾਡਲ ਇਹ ਸੀਗਾ ਵੀ ਅਸੀਂ ਐਗਰੀਕਲਚਰ ਦੇ ਵਿੱਚੋਂ ਦੀ, ਜਿਹੜਾ ਕਿ ਉਸ ਵੇਲੇ ਸਪੋਰਟ ਨਹੀਂ ਸੀ ਕਰ ਰਿਹਾ ਅਰਥਚਾਰੇ ਨੂੰ, ਐਗਰੀਕਲਚਰ ਦੇ ਵਿੱਚੋਂ ਲੋਕਾਂ ਨੂੰ ਇੰਡਸਟਰੀ ਦੇ ਵਿੱਚ ਲੈ ਕੇ ਆਈਏ ਔਰ ਇੰਡਸਟਰੀ ਦੇ ਵਿੱਚੋਂ ਫਿਰ ਅਸੀਂ ਐਕਸਪੋਰਟ ਕਰੀਏ। ਇਹ ਇਹਨਾਂ ਦੇ ਮਾਡਲ ਸੀ। ਵੀਅਤਨਾਮ ਦਾ ਮੈਂ ਇਨ ਪਾਰਟਿਕੂਲਰ ਗੱਲ ਕਰ ਰਿਹਾ, ਮੈਂ ਚਾਈਨਾ ਦੀ ਗੱਲ ਕਰ ਰਿਹਾ, ਮੈਂ ਬੰਗਲਾਦੇਸ਼ ਦੀ ਗੱਲ ਕਰ ਰਿਹਾ। ਇਹਨਾਂ ਨੇ ਇਸ ਮਾਡਲ ਦੇ ਉੱਤੇ ਕੰਮ ਕੀਤਾ, ਲੇਕਿਨ ਹਿੰਦੁਸਤਾਨ ਦਾ ਕੋਈ ਵੀ ਮਾਡਲ ਸਾਡੇ ਸਾਹਮਣੇ ਨਹੀਂ ਆਇਆ। ਅਸੀਂ ਬਾਈ ਚਾਂਸ, ਨਾਟ ਬਾਈ ਚੋਇਸ, ਅਸੀਂ ਬਾਈ ਚਾਂਸ ਸਰਵਿਸਿਜ਼ ਦੇ ਵਿੱਚ ਚਲੇ ਗਏ, ਇਹ ਸੋਚ ਕੇ ਵੀ ਇੱਥੇ ਸਸਤੀ ਲੇਬਰ ਮਿਲਦੀ ਹੈ ਔਰ ਕਿਉਂਕਿ ਇਨਫਰਾਸਟ੍ਰਕਚਰ ਹੈ ਨਹੀਂਗਾ ਉਸ ਵੇਲੇ, ਬੈਂਕਾਂ ਦੀ ਵਿਆਜ ਜਿਹੜੀ ਸੀ ਮਹਿੰਗੀ ਸੀਗੀ, ਇਸ ਕਰਕੇ ਅਸੀਂ ਇੰਡਸਟਰੀ ਨੂੰ ਪਿੱਛੇ ਕਰਕੇ ਸਰਵਿਸ ਸੈਕਟਰ ਨੂੰ ਅੱਗੇ ਪ੍ਰਮੋਟ ਕਰ ਲਿਆ। ਹੁਣ ਅਸੀਂ ਮੋਦੀ ਸਾਹਿਬ ਦੇ ਆਉਣ ਤੋਂ ਬਾਅਦ ਜਾਂ ਮਾਨ ਸਾਹਿਬ ਦੇ ਆਉਣ ਤੋਂ ਬਾਅਦ ਅਸੀਂ ਮੁੜ ਕੇ ਉਹਦਾ ਇਨਵੈਸਟ ਇਨ ਪੰਜਾਬ ਦੀ ਰੱਟ ਲਾ ਲਈਏ ਕਿ ਇਨਵੈਸਟ ਇਨ ਪੰਜਾਬ ਹੋਣਾ ਚਾਹੀਦਾ। ਹੁਣ ਗੱਲ ਇਹ ਆਉਂਦੀ ਹੈ ਵੀ ਇਨਵੈਸਟ ਇਨ ਪੰਜਾਬ ਵੀ ਜੇ ਤੁਸੀਂ ਕਰਨਾ, ਉਹਦਾ ਕੋਈ ਸਿਰ ਪੈਰ ਤਾਂ ਰੱਖੋ। ਤੁਹਾਡੀ ਪਾਲਿਸੀ ਕੀ ਹੈ? ਤੁਹਾਡੀ ਲੌਂਗ ਟਰਮ ਦੀ ਪਾਲਿਸੀ ਕੀ ਹੈ? ਸ਼ਾਰਟ ਟਰਮ ਦੀ ਪਾਲਿਸੀ ਕੀ ਹੈ? ਉਹ ਹੈ ਨਹੀਂ। ਕਿਸੇ ਤਰੀਕੇ ਦੇ ਨਾਲ ਉਹਨੂੰ ਟਰਾਂਸਪੇਰੈਂਟ ਨਹੀਂ ਕੀਤਾ ਪਾਲਿਸੀ ਨੂੰ। ਜਦ ਤੱਕ ਪਾਲਿਸੀ ਸਾਡੇ ਸਾਹਮਣੇ ਨਹੀਂ ਹੈ, ਨਾ ਤਾਂ ਸਾਡੇ ਕੋਲ ਨਿਵੇਸ਼ ਆਏਗਾ, ਨਾ ਸਾਡਾ ਇਕੋਸਿਸਟਮ ਇਦਾਂ ਦਾ ਬਣੇਗਾ ਜਿਹਦੇ ਨਾਲ ਚਾਹੇ ਸਰਕਾਰਾਂ ਜਾਂ ਸਰਵਿਸ ਸੈਕਟਰ ਜਾਂ ਇੰਡਸਟਰੀਅਲ ਸੈਕਟਰ ਨੂੰ ਪ੍ਰਮੋਟ ਕਰ ਸਕਣ। ਹਾਂ, ਦੋਨੋਂ ਚੀਜ਼ਾਂ ਹੱਥੋਂ ਹੱਥ ਜਾਣੀਆਂ ਚਾਹੀਦੀਆਂ, ਸਰਵਿਸ ਸੈਕਟਰ ਵੀ ਔਰ ਇੰਡਸਟਰੀਅਲ ਸੈਕਟਰ ਵੀ। ਪਰ ਪਹਿਲੀ ਗੱਲ ਜਿਹੜੀ ਹੈ ਇਸ ਵੇਲੇ ਖੰਨਾ ਸਾਹਿਬ, ਤੁਸੀਂ ਜਿਹੜਾ ਸਵਾਲ ਕੀਤਾ ਵੀ ਕਿਹੜਾ ਕੋਸ਼ਿਸ਼ ਕਿਹੜੇ ਪੱਖੋਂ ਹੋਣੀ ਚਾਹੀਦੀ ਹੈ, ਤਾਂ ਮੈਨੂੰ ਲੱਗਦਾ ਵੀ ਫੂਡ ਪ੍ਰੋਸੈਸਿੰਗ ਜਿਹੜੀ ਹੈ, ਜਾਂ ਤੁਸੀਂ ਜਿਹੜੀ ਇੰਟਰੋਡਕਸ਼ਨ ਦੇ ਵਿੱਚ ਗੱਲ ਕੀਤੀ ਹੈ ਵੀ ਫੂਡ ਪ੍ਰੋਸੈਸਿੰਗ ਇੰਡਸਟਰੀ ਜਿਹੜੀ ਹੈ, ਐਗਰੋ ਪ੍ਰੋਸੈਸਿੰਗ ਇੰਡਸਟਰੀ ਜਿਹੜੀ ਹੈ, ਪਹਿਲਾਂ ਉਹਨੂੰ ਅਸੀਂ ਉਭਾਰ ਲਈਏ ਚੰਗੇ ਤਰੀਕੇ ਦੇ ਨਾਲ। ਜਦੋਂ ਉਹਦੇ ਵਿੱਚ ਸਾਨੂੰ ਠੀਕ ਇੱਕ ਐਜ ਮਿਲ ਜਾਏਗਾ, ਫਿਰ ਅਸੀਂ ਵੱਡੀ ਇੰਡਸਟਰੀ ਜਿਹੜੀ ਹੈ ਉਹਦੇ ਵੱਲ ਨੂੰ ਦੇਖੀਏ। ਔਰ ਜਦੋਂ ਇੰਡਸਟਰੀ ਵੱਡੀ ਵਾਲੀ ਆ ਜਾਂਦੀ ਹੈ, ਫਿਰ ਅਸੀਂ ਇੰਪਲੋਇਮੈਂਟ ਦੀ, ਟੈਕਸਾਂ ਦੀ, ਉਹਦੀ ਗੱਲ ਕਰੀਏ। ਹਜੇ ਜੇ ਅਸੀਂ ਬਿਲਕੁਲ
ਸੋਚੇ ਬਿਨਾ ਇਨਵੈਸਟ ਇਨ ਪੰਜਾਬ ਕਰ ਦਾਂਗੇ ਜਾਂ ਮੇਕ ਇਨ ਇੰਡੀਆ ਕਰ ਦਾਂਗੇ ਜਾਂ PLI ਸਕੀਮਾਂ ਦੇ ਦਾਂਗੇ, ਇਹਦੇ ਨਾਲ ਸਾਨੂੰ ਕੁਝ ਨਹੀਂ ਪੱਲੇ ਪੈਣਾ। ਓਕੇ, ਤਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਫਿਰ ਤੋਂ ਸਰਵਿਸ ਸੈਕਟਰ ਵੱਲ ਹੀ ਜਾਣ ਦੀ ਜ਼ਿਆਦਾ ਕੋਸ਼ਿਸ਼ ਕਰਾਂਗੇ, ਜੋ ਇੰਡੀਆ ਨੇ ਪਹਿਲਾਂ ਕੀਤੀ ਹੈ, ਨਾਟ ਬਾਏ ਚੋਇਸ ਬਟ ਬਾਏ ਚਾਂਸ। ਸਰ ਅਸੀਂ ਦੇਖੋ, ਸਰਵਿਸ ਸੈਕਟਰ ਦੀ ਸਭ ਤੋਂ ਵੱਡੀ ਜਿਹੜੀ ਲਿਮਿਟੇਸ਼ਨ ਹੈ, ਸਰਵਿਸ ਸੈਕਟਰ ਜਿਹੜਾ ਹੈ ਪੜ੍ਹੀ ਲਿਖੀ ਲੇਬਰ ਨੂੰ ਹੀ ਰੁਜ਼ਗਾਰ ਦੇ ਸਕਦਾ ਹੈ। ਸਰਵਿਸ ਸੈਕਟਰ ਜਿਹੜੀ ਅਨਪੜ੍ਹ ਲੇਬਰ ਹੈ, ਜਿਹੜੇ ਆਪਾਂ ਲੋਕ ਦੇਖੇ ਹੈ ਪ੍ਰਵਾਸ ਕਰਕੇ ਮੁੜ ਕੇ ਪਿੰਡਾਂ ਦੇ ਵੱਲ, ਉਹ ਲੋਕ ਜਿਹੜੇ ਨੇ ਉਹਨਾਂ ਨੂੰ ਅਗਰ ਅਸੀਂ ਐਗਰੀਕਲਚਰ ਦੇ ਪਿੰਡਾਂ ਦੇ ਵਿੱਚੋਂ ਐਗਰੀਕਲਚਰ ਦੇ ਵਿੱਚ ਲੱਗੇ ਹੋਏ ਆ, ਮਨਰੇਗਾ ਦੇ ਵਿੱਚ ਕੰਮ ਕਰ ਰਹੇ ਆ, ਜੇ ਅਸੀਂ ਉਹਨਾਂ ਨੂੰ ਲੈ ਕੇ ਆਉਣਾ ਚਾਹੁੰਦੇ ਹਾਂ ਬਈ ਉਹ ਲੋਕ ਵਾਪਸ ਆਉਣ ਸ਼ਹਿਰਾਂ ਦੇ ਵਿੱਚ ਕੰਮ ਕਰਨ, ਤਾਂ ਸਾਡੇ ਕੋਲ ਵਸੀਲੇ ਹੋਣੇ ਚਾਹੀਦੇ ਆ। ਉੱਦਾਂ ਦੀ ਅਪੋਰਚੁਨਿਟੀਜ਼ ਜਿਹੜੀਆਂ ਨੇ ਸਾਨੂੰ ਸ਼ਹਿਰਾਂ ਦੇ ਵਿੱਚ ਕ੍ਰੀਏਟ ਕਰਨੀਆਂ ਪੈਣਗੀਆਂ। ਜੇ ਅਸੀਂ ਉਹ ਅਪੋਰਚੁਨਿਟੀਜ਼ ਨਹੀਂ ਕ੍ਰੀਏਟ ਕਰਦੇ ਤਾਂ ਉਹ ਲੋਕ ਬੇਰੁਜ਼ਗਾਰ ਹੀ ਰਹਿ ਜਾਣਗੇ, ਔਰ ਉਹ ਸਰਵਿਸ ਸੈਕਟਰ ਦੇ ਵਿੱਚੋਂ ਦੀ ਨਹੀਂ ਆਣੀ। ਸਰਵਿਸ ਸੈਕਟਰ ਦੀ ਮੈਂ ਜਿਹੜੀ ਗੱਲ ਕਹੀ ਹੈ ਵੀ ਲਿਮਿਟੇਸ਼ਨ ਹੈ ਕਿ ਸਰਵਿਸ ਸੈਕਟਰ ਸਿਰਫ ਪੜ੍ਹੀ ਲਿਖੀ ਕਲਾਸ ਨੂੰ ਹੀ, ਉਸ ਜਮਾਤ ਨੂੰ ਨੌਕਰੀ ਦੇ ਸਕਦਾ। ਜਿਹੜੇ ਲੋਕ ਪੜ੍ਹੇ ਲਿਖੇ, ਜਿਹੜੇ ਕੰਪਿਊਟਰ ਤੇ ਲਿਟਰੇਟਸ ਨੇ, ਜਿਹੜੇ ਸਰਵਿਸ ਸੈਕਟਰ ਦੇ ਵਿੱਚ ਨੇ, MBAs ਨੇ, ਹਾਈਲੀ ਲਿਟਰੇਟ ਨੇ, ਉਹ ਲੋਕ ਜਿਹੜੇ ਆ ਸਰਵਾਈਵ ਕਰ ਸਕਦੇ ਆ ਸਿਰਫ ਸਰਵਿਸ ਸੈਕਟਰ। ਰਾਈਟ, ਇਹਦਾ ਮਤਲਬ ਇਹ ਹੋਇਆ ਕਿ ਸਾਡੇ 3 ਕੈਟਾਗਰੀਜ਼ ਨੇ। ਇੱਕ ਤਾਂ ਹੈ ਕਿ ਜਿਨ੍ਹਾਂ ਨੂੰ ਤਿਆਰ ਕਰਨਾ ਹੈ, ਦੂਜੀ ਕੈਟਾਗਰੀ ਉਹ ਆਏਗੀ ਜਿਨ੍ਹਾਂ ਦਾ ਆਪਾਂ ਸਟੈਂਡਰਡ ਅਪ ਕਰਨਾ ਹੈ, ਤੀਸਰੀ ਕੈਟਾਗਰੀ ਉਹ ਆਏਗੀ ਜਿਨ੍ਹਾਂ ਦਾ ਸਟੈਂਡਰਡ ਆਲਰੇਡੀ ਅਪ ਹੈ। ਉਹਨਾਂ ਨੂੰ ਹੁਣ ਕੀ ਸਕੋਪ ਦਿਖਦਾ ਹੈ, ਕੀ ਪੋਸੀਬਿਲਿਟੀਜ਼ ਨੇ, ਪੰਜਾਬ ਦੇ ਅੰਦਰ ਰਹਿਣਾ ਹੈ ਜਾਂ ਫਿਰ ਪੰਜਾਬ ਤੋਂ ਬਾਹਰ ਐਬਰੋਡ ਜਾਣਾ, ਜਿੱਦਾਂ ਕਿ ਅਸੀਂ ਇੱਕ ਟ੍ਰੈਂਡ ਬਣਾਇਆ ਹੋਇਆ ਹੈ। ਸੋ ਦ ਪੁਆਇੰਟ ਇਜ਼ ਕਿ ਜੇ ਅਸੀਂ ਸਰਵਿਸ ਸੈਕਟਰ ਦੇ ਵਿੱਚ ਇਨਵੈਸਟ ਕਰਵਾਉਣਾ ਹੈ ਤੇ ਸਾਡਾ ਪੰਜਾਬ ਰੈਡੀ ਹੈ ਸਰਵਿਸ ਸੈਕਟਰ ਵਾਸਤੇ। ਸਾਡੇ ਕੋਲ ਇੱਥੇ ਨੌਜਵਾਨ ਮੌਜੂਦ ਨੇ ਜੋ ਇਸ ਲੈਵਲ ਦੇ ਉੱਤੇ ਤਿਆਰ ਹੋਣ ਕਿ ਬਾਹਰ ਦੇ ਇਨਵੈਸਟਰਸ ਨੂੰ ਇੱਥੇ ਪੋਟੈਂਸ਼ੀਅਲ ਦਿਖੇ, ਉਹਦੀ ਦੌਲਤ ਵੇਸਟ ਨਹੀਂ ਹੋਏਗੀ। ਨਹੀਂ ਖੰਨਾ ਸਾਹਿਬ, ਸਾਡਾ ਜਿਸ ਤਰੀਕੇ ਦਾ ਸਾਡਾ ਪਾਸੇ ਇਕੋਸਿਸਟਮ ਬਣਿਆ ਹੋਇਆ ਪੰਜਾਬ ਦਾ, ਅਸੀਂ ਕਿਸੇ ਪਾਸੇ ਵੀ ਨਹੀਂ ਜਾ ਰਹੇ। ਸਾਡੇ ਉੱਤੇ ਕਰਜ਼ਿਆਂ ਦੀ ਪੰਡ ਹੈ, ਪੌਣੇ 3 ਲੱਖ ਕਰੋੜ ਰੁਪਏ ਦਾ ਪੰਜਾਬ ਦੇ ਸਿਰ ਤੇ ਕਰਜ਼ਾ ਹੈ। ਔਰ ਜਿਸ ਤਰੀਕੇ ਦਾ ਮਾਹੌਲ ਬਣ ਰਿਹਾ, ਜੋ ਰਿਪੋਰਟਾਂ ਸਾਡੇ ਸਾਹਮਣੇ ਆ ਰਹੀਆਂ ਨੇ ਵੀ 2023 ਤੋਂ ਬਾਅਦ 2024 ਤੱਕ ਅਗਲੇ 2-3 ਸਾਲ ਦੇ ਵਿੱਚ ਗਰੋਥ ਜਿਹੜੀ ਹੈ ਘਟੇਗੀ। ਜਦੋਂ ਗਰੋਥ ਘਟੇਗੀ ਇਹਦਾ ਮਤਲਬ ਹੈ ਬਈ ਸਾਡੇ ਕੋਲ ਟੈਕਸਾਂ ਦੇ ਵਿੱਚੋਂ ਦੀ ਆਮਦਨ ਨਹੀਂ ਹੋਣੀ। ਇਸੇ ਤਰੀਕੇ ਦੇ ਨਾਲ ਜਿਹੜੀ GST ਦੀ ਕੰਪਨਸੇਸ਼ਨ ਸੀ ਉਹ ਸਾਡੇ ਕੋਲ ਆਉਣੀ ਬੰਦ ਹੋ ਗਈ ਹੈ ਪਿਛਲੇ ਸਾਲ 30 ਜੂਨ ਤੋਂ ਬਾਅਦ। ਹੁਣ ਸਾਡੇ ਕੋਲ ਪੰਜਾਬ ਦੇ ਉੱਤੇ ਹਰ ਤਰੀਕੇ ਦਾ ਜਿਹੜਾ ਮਾਲੀ ਸੰਕਟ ਹੈ ਉਹ ਗਹਿਰਾਉਂਦਾ ਜਾਏਗਾ, ਲਗਾਤਾਰ ਵੱਧਦਾ ਜਾਏਗਾ। ਤਾਂ ਇਸ ਕਰਕੇ ਸੁਖਾਵਾਂ ਮਾਹੌਲ ਤਾਂ ਨਹੀਂ ਹੈ। ਇਸ ਵੇਲੇ ਯੋਜਨਾਬੰਦੀ ਦੀ ਲੋੜ ਹੈ। ਠੀਕ ਪਲੈਨਿੰਗ ਕਰਕੇ ਜੇ ਸਰਕਾਰ ਕੰਮ ਕਰਦੀ ਹੈ ਫਿਰ ਕਿਤੇ ਸਾਨੂੰ ਰਾਹਤ ਮਿਲੇਗੀ। ਅਦਰਵਾਈਜ਼ ਜਿਸ ਤਰੀਕੇ ਦੇ ਸਾਡੇ ਹਾਲਾਤ ਚੱਲ ਰਹੇ, ਜੋ RBI ਦੀ ਰਿਪੋਰਟ ਆਈ ਹੈ ਤਕਰੀਬਨ 3-4 ਦਿਨ ਪਹਿਲਾਂ ਇੱਕ RBI ਦੀ ਰਿਪੋਰਟ ਆਈ ਹੈ, ਰਿਜ਼ਰਵ ਬੈਂਕ ਨੇ 6 ਸਟੇਟਸ ਜਿਹੜੀਆਂ ਨੇ, 6 ਸੂਬੇ ਜਿਨ੍ਹਾਂ ਦੇ ਵਿੱਚ ਪੰਜਾਬ ਸਭ ਤੋਂ ਮੋਹਰੇ ਹੈ, ਦਿੱਲੀ, ਗੋਆ, ਉੱਤਰਾਖੰਡ, ਪੌਂਡੀਚੇਰੀ ਤੇ ਹਿਮਾਚਲ ਪ੍ਰਦੇਸ਼, ਇਹਨਾਂ 6 ਸੂਬਿਆਂ ਦੇ ਬਾਰੇ ਇਹ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਇਹਨਾਂ ਦੇ ਉੱਤੇ ਵਿੱਤੀ ਸੰਕਟ ਜਿਹੜਾ ਹੋਰ ਗਹਿਰਾਉਂਦਾ ਜਾਏਗਾ। ਉਸ ਨੂੰ ਹੁਣ ਇੱਕ ਯੋਜਨਾਬੰਦੀ ਦੇ ਨਾਲ ਹੀ ਅਸੀਂ ਠੀਕ ਕਰ ਸਕਦੇ। ਇਨ ਆਰਡਰ ਟੂ ਮਿਟੀਗੇਟ ਦਿਸ ਫਾਈਨੈਂਸ਼ੀਅਲ ਕ੍ਰਾਈਸਿਸ ਵੀ ਹੈਵ ਟੂ ਬੀ ਔਨ ਆਵਰ ਫੀਟ ਐਟ ਆਲ ਦ ਟਾਈਮਸ। ਮੈਂ ਬੜਾ ਸਰਪ੍ਰਾਈਜ਼ਡ ਹਾਂ ਕਿ ਹੁਣ ਤੱਕ ਕੀਤਾ ਕੀ ਹੈ। ਨੌਜਵਾਨਾਂ ਦੀ ਐਜੂਕੇਸ਼ਨ ਦਾ ਕੋਈ ਹਾਲ ਨਹੀਂ। ਨੌਜਵਾਨ ਪੜ੍ਹ ਕੇ ਬਾਹਰ ਜਾਣਾ ਚਾਹੁੰਦੇ ਨੇ। ਸਾਡੀ ਕੁਆਲੀਫਿਕੇਸ਼ਨ ਕੀ ਹੈ? +2 ਤੋਂ ਬਾਅਦ IELTS, ਦੈਟਸ ਆਲ। ਕਿੱਥੇ ਗਏ ਉਹ ਸਾਰੇ ਐਜੂਕੇਸ਼ਨ ਕਿੱਥੇ ਹੈ ਕਿ ਅਸੀਂ ਕਹਾਂਗੇ ਕਿ ਅਸੀਂ ਜੱਜਿਸ ਬਣੀਏ, ਅਸੀਂ ਇੰਜੀਨੀਅਰਸ ਬਣੀਏ, ਅਸੀਂ ਵੱਡੇ ਵੱਡੇ ਇੰਸਟੀਚਿਊਟਸ ਨੂੰ ਚਲਾਈਏ। ਸਾਡੇ ਕੋਲ ਕੀ ਹੈਗਾ? ਕੀ ਕੀਤਾ? ਕੀ ਨਸ਼ੇ 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 ਨਸ਼ੇ, ਗੈਂਗਸਟਰਸ ਬਸ। ਔਰ ਬਾਕੀ ਦੇ ਪੋਲੀਟੀਕਲ ਗੇਮਸ, ਹਰ ਦਿਨ ਕਪਲੇ, ਉਹਨੇ ਇੱਥੋਂ ਇੰਨਾ ਖਾ ਲਿਆ, ਉਹਨੇ ਉੱਥੋਂ ਇੰਨਾ ਖਾ ਲਿਆ। ਐਜੂਕੇਸ਼ਨ ਕਿੱਥੇ ਹੈ? ਕੀ ਲੈਵਲ ਹੈ? ਹੁਣ ਤੁਸੀਂ ਬਾਹਰ ਭੇਜ ਰਹੇ ਹੋ ਗਰੁੱਪ ਬਣਾ ਕੇ ਪ੍ਰਿੰਸੀਪਲਸ ਦਾ, ਬਾਹਰੋਂ ਜਾ ਕੇ ਟ੍ਰੇਨਿੰਗ ਲੈ ਕੇ ਆਉਣ ਕਿ ਕਿੱਦਾਂ ਪੜ੍ਹਾਇਆ ਜਾਵੇ ਬੱਚਿਆਂ ਨੂੰ। ਸਾਨੂੰ ਪੜ੍ਹਾਉਣਾ ਨਹੀਂ ਆਉਂਦਾ, ਠੀਕ ਹੈ, ਭੇਜੋ, ਉੱਥੋਂ ਵੀ ਸਿੱਖ ਕੇ ਆਉਣ, ਸ਼ਾਇਦ ਉਹਦੇ ਨਾਲ ਕੋਈ ਬਿਹਤਰ ਹੋ ਸਕੇ। ਕੀ ਬਣ ਗਿਆ ਇਹ ਢਾਂਚਾ ਸਾਡੇ ਐਜੂਕੇਸ਼ਨ ਦਾ? ਔਰ ਅੱਜ ਪੰਜਾਬ ਦੀ ਯੂਥ ਕਿੱਥੇ ਖੜੀ ਹੈ? ਔਰ ਇੰਨਾ ਕਾਬਿਲ ਸਾਡਾ ਜ਼ਰਖੇਜ਼ ਇਲਾਕਾ, ਜਿੱਥੇ ਅਸੀਂ ਕਹਿੰਦੇ ਹਾਂ ਕਿ ਹਮੇਸ਼ਾ ਟੈਲੈਂਟ ਪੈਦਾ ਹੁੰਦਾ ਹੈ, ਫਸਲਾਂ ਦੇ ਨਾਲ ਨਾਲ ਦਿਮਾਗ ਪੈਦਾ ਹੁੰਦੇ ਨੇ, ਫਸਲਾਂ ਦੇ ਨਾਲ ਨਾਲ ਇੰਨੇ ਹੁਨਰ ਪੈਦਾ ਹੁੰਦੇ ਨੇ। ਕਿੱਥੇ ਗਿਆ ਉਹ ਸਭ ਕੁਝ? ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਸਾਡੇ ਕੋਲ ਸਰਵਿਸ ਸੈਕਟਰ ਵਾਸਤੇ ਵੀ ਪੋਟੈਂਸ਼ੀਅਲ ਨਹੀਂ ਹੈ। ਨੌਜਵਾਨ ਉਸ ਲੈਵਲ ਤੇ ਵੀ ਤਿਆਰ ਨਹੀਂ ਹੈਗੇ। ਸੋ ਉਹ ਵੀ ਪੰਜਾਬ ਤੋਂ ਬਾਹਰ ਜਾ ਕੇ ਕਿਤੇ ਹੋਰ ਆਪਣਾ ਫਿਊਚਰ ਦੇਖਦੇ ਪਏ ਨੇ। ਸੋ ਇਹ ਬੜੀ ਤਰਾਸਦੀ ਹੈ। ਔਰ ਇਸ ਤਰ੍ਹਾਂ ਦੀ ਜੋ ਹਾਲਾਤ ਨੇ, ਸਰਵਿਸ ਸੈਕਟਰ ਦਾ ਇਹ ਹਾਲ ਹੈ, ਤਾਂ ਫਿਰ ਇੰਡਸਟਰੀਅਲ ਸੈਕਟਰ ਦਾ ਆਪਾਂ ਕੀ ਕਰ ਸਕਦੇ ਹਾਂ? ਜੇ ਉਹਦੇ ਵਿੱਚ ਆਪਾਂ ਇਨਵੈਸਟਮੈਂਟ
ਕਹੀਏ ਕਿ ਹੋਵੇ, ਇਨਵੈਸਟਮੈਂਟ ਉਧਰ ਮੰਨੀਏ ਕਿ ਆਵੇ, ਤਾਂ ਸਾਡਾ ਇਨਫਰਾਸਟ੍ਰਕਚਰ ਰੈਡੀ ਹੈ ਕਿ ਅਸੀਂ ਉਹ ਪੈਸਾ ਸਹੀ ਇਸਤੇਮਾਲ ਕਰ ਸਕਾਂਗੇ, ਇੰਡਸਟਰੀ ਡਿਵੈਲਪ ਕਰ ਸਕਾਂਗੇ? ਕਦੋਂ ਤੱਕ ਉਹਦਾ ਆਊਟਪੁੱਟ ਆਉਣਾ ਸ਼ੁਰੂ ਹੋਏਗਾ? ਟੈਕਸੇਸ਼ਨ ਦਾ ਫਾਇਦਾ ਕਦੋਂ ਤੱਕ ਹੋਣਾ ਸ਼ੁਰੂ ਹੋਏਗਾ? ਕਦੋਂ ਇਕਨੋਮੀ ਗਰੋ ਕਰੇਗੀ? ਕਦੋਂ ਰੋਜ਼ਗਾਰ ਪੈਦਾ ਹੋਣਗੇ? ਇਹ ਲੰਬੀ ਗੇਮ ਨਹੀਂ ਲੱਗ ਰਹੀ ਜੇ ਆਪਾਂ ਇੰਡਸਟਰੀਅਲ ਗੇਮ ਵੱਲ ਜਾਈਏ। ਹਾਲਾਂਕਿ ਕਰਨਾ ਤਾਂ ਕੁਝ ਨਾ ਕੁਝ ਹੈ ਹੀ ਹੈ, ਪਰ ਇੰਡਸਟਰੀਅਲ ਸੈਕਟਰ ਦਾ ਕੀ ਸਕੋਪ ਹੈ ਅਕੋਰਡਿੰਗ ਟੂ ਯੂ? ਖੰਨਾ ਸਾਹਿਬ, ਤੁਸੀਂ ਜਿਹੜੇ ਸਵਾਲ ਜਾਂ ਚਿੰਤਾ ਪ੍ਰਗਟਾਈਆਂ ਨੇ, ਬਿਲਕੁਲ ਠੀਕ ਹੈ, ਦਰੁਸਤ ਨੇ ਤੁਹਾਡੀਆਂ ਚਿੰਤਾਵਾਂ। ਸਮੱਸਿਆ ਇਹ ਹੈ ਕਿ ਸਾਡਾ ਪੈਸਾ ਜਾਂ ਸਾਡਾ ਮਾਲੀਆ, ਸਾਡੇ ਕੋਲ ਜੋ ਕੁਝ ਪੈਸਾ ਆਉਂਦਾ ਹੈ, ਉਹ ਕਿਹੜੇ ਪਾਸੇ ਜਾਂਦਾ ਹੈ? ਅਸੀਂ ਤਾਂ ਫਰੀਬੀਜ਼ ਦੇ ਵੱਲ ਨੂੰ ਜਾ ਰਹੇ ਹਾਂ। ਸਾਡਾ ਜਿਹੜਾ ਪੈਸਾ, ਅਸੀਂ ਜਿੱਥੇ ਕੈਂਸਰ ਦਾ ਇਲਾਜ ਕਰਨ ਦੀ ਲੋੜ ਹੈ, ਉਹਦਾ ਚੰਗੇ ਤਰੀਕੇ ਦੇ ਨਾਲ ਉਪਚਾਰ ਕਰਨ ਦੀ ਲੋੜ ਹੈ, ਅਸੀਂ ਉੱਥੇ ਸਿਰਫ ਸਿਰਦਰਦ ਦੀ ਗੋਲੀ ਦੇ ਕੇ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕੈਂਸਰ ਦਾ ਇਲਾਜ, ਇੱਕ ਆਪਰੇਸ਼ਨ ਦੀ ਜ਼ਰੂਰਤ ਹੈ। ਤੁਸੀਂ ਫਰੀਬੀਜ਼ ਦੇ ਕੇ 2 ਸਾਲ 3 ਸਾਲ 1.5 ਸਾਲ ਕੰਮ ਚਲਾ ਲਓਗੇ, ਇਸ ਤੋਂ ਬਾਅਦ ਕਿੱਥੇ ਜਾਣਾ ਹੈ? ਤੁਹਾਡੇ ਸਾਰੇ ਜਿਹੜੇ ਜਿਸ ਤਰੀਕੇ ਦੇ ਵਿੱਤੀ ਸੰਕਟ ਗਹਿਰਾਏ ਹੋਏ ਨੇ, ਕਦੇ ਤੁਸੀਂ ਡੀਸੀ ਆਫਿਸ ਜਿਹੜਾ ਹੈ ਉਹਨੂੰ ਗਿਰਵੀ ਰੱਖਦੇ ਹੋ, ਕਦੇ ਤੁਸੀਂ ਜੇਲ੍ਹਾਂ ਨੂੰ ਗਿਰਵੀ ਰੱਖਦੇ ਹੋ, ਕਦੇ ਤੁਸੀਂ ਟੂਰਿਸਟ ਕੰਪਲੈਕਸ ਜਿਹੜੇ ਨੇ ਉਹ ਗਿਰਵੀ ਰੱਖਦੇ ਹੋ, ਉਸ ਤੋਂ ਬਾਅਦ ਤੁਸੀਂ ਤਨਖਾਹਾਂ ਦਿੰਦੇ ਹੋ ਲੋਕਾਂ ਨੂੰ। ਇਹ ਕੇਂਦਰ ਦਾ ਵੀ ਇਹੀ ਹਾਲ ਹੈ, ਸੂਬਾਈ ਸਰਕਾਰ ਦਾ ਵੀ ਇਹੀ ਹਾਲ ਹੈ। ਕਿਸੇ ਪਾਸੋਂ ਦੀ ਵੀ ਇਹ ਜਿਹੜੀਆਂ ਚੀਜ਼ਾਂ ਨੇ ਠੀਕ ਨਹੀਂ ਪਵਾਈਆਂ ਜਾ ਸਕਦੀਆਂ। ਸਮੱਸਿਆ ਦਾ ਜਿਹੜਾ ਪ੍ਰੋਬਲਮ ਦਾ ਹੱਲ ਹੈ ਉਹ ਹੈ ਇਸ ਵੇਲੇ ਕੈਪੀਟਲ ਐਕਸਪੈਂਡੀਚਰ ਦੀ ਲੋੜ ਹੈ। ਜਿਹੜਾ ਨਿਵੇਸ਼ ਹੈ ਉਹ ਸਰਕਾਰਾਂ ਆਪ ਕਰਨ। ਜਦੋਂ ਸਰਕਾਰ ਆਪ ਨਿਵੇਸ਼ ਕਰਦੀ ਹੈ, ਉਸ ਤੋਂ ਬਾਅਦ ਕੀ ਹੁੰਦਾ ਹੈ, ਕਿਉਂਕਿ ਸਰਕਾਰ ਦਾ ਨਿਵੇਸ਼ ਕਦੇ ਵੀ ਮੁਨਾਫੇ ਦੇ ਲਈ ਨਹੀਂ ਹੁੰਦੀ। ਕਲਿਆਣਕਾਰੀ, ਜਦੋਂ ਅਸੀਂ ਸਟੇਟ ਦੀ ਗੱਲ ਕਰਦੇ ਹਾਂ, ਵੈਲਫੇਅਰ ਸਟੇਟ ਦੀ ਗੱਲ ਕਰਦੇ ਹਾਂ, ਉੱਥੇ ਜਿਹੜੀਆਂ ਸਰਕਾਰਾਂ ਨਿਵੇਸ਼ ਕਰਦੀਆਂ ਨੇ ਉਹ ਮੁਨਾਫੇ ਦੇ ਲਈ ਨਹੀਂ ਕਰਦੀਆਂ। ਲੇਕਿਨ ਜਦੋਂ ਸਰਕਾਰ ਇੱਕ ਨਿਵੇਸ਼ ਕਰੇਗੀ, ਇਦਾਂ ਦਾ ਲੌਜਿਸਟਿਕਸ ਬਣ ਜਾਏਗਾ, ਇਦਾਂ ਦੇ ਇਨਫਰਾਸਟ੍ਰਕਚਰ ਕ੍ਰੀਏਟ ਹੋ ਜਾਣਗੇ, ਜਿੱਦਾਂ ਤੁਸੀਂ ਗੱਲ ਕੀਤੀ ਸੀਗੀ ਬਈ ਉਸ ਦੇ ਨਾਲ ਸੜਕਾਂ ਜਿਹੜੀਆਂ ਠੀਕ ਹੋ ਜਾਣਗੇ, ਬਿਜਲੀ ਦੇ ਪ੍ਰਬੰਧ ਠੀਕ ਹੋ ਜਾਣਗੇ, ਤਾਂ ਫਿਰ ਜਿਹੜਾ ਹੈ ਪ੍ਰਾਈਵੇਟ ਸੈਕਟਰ ਜਿਹੜਾ ਹੈ ਉਹ ਅੱਗੇ ਆਏਗਾ ਔਰ ਤੁਹਾਨੂੰ ਇਨਵਾਈਟ ਕਰਨ ਦੀ ਲੋੜ ਨਹੀਂ ਪਏਗੀ। ਆਪਣੇ ਆਪ ਹੀ ਉਹ ਅੱਗੇ ਆਏਗਾ ਔਰ ਆਪ ਆ ਕੇ ਉਸ ਵੇਲੇ ਉਹ ਇਨਵੈਸਟ ਕਰੇਗਾ ਉਸ ਵੇਲੇ। ਔਰ ਜਿਹੜਾ ਇਸ ਵੇਲੇ ਮੌਜੂਦਾ ਹਾਲਾਤਾਂ ਦੇ ਵਿੱਚ, ਜਿੱਦਾਂ ਆਪਾਂ ਗੱਲ ਕੀਤੀ ਹੈ ਖੰਨਾ ਸਾਹਿਬ, ਪ੍ਰਾਈਵੇਟ ਵਾਲਾ ਨਹੀਂ ਆਏਗਾ। ਕਰਾਊਡ ਇਨ ਇਨਵੈਸਟਮੈਂਟ ਕਹਿੰਦੇ ਇਹਨੂੰ, ਅਰਥਚਾਰੇ ਦੀ ਜ਼ੁਬਾਨ ਦੇ ਵਿੱਚ ਕਹਿੰਦੇ ਕਰਾਊਡ ਇਨ ਇਨਵੈਸਟਮੈਂਟ। ਜਦੋਂ ਸਰਕਾਰ ਆਪ ਨਿਵੇਸ਼ ਠੀਕ ਕਰ ਰਹੀ ਹੋਵੇ ਤਾਂ ਕਰਾਊਡ ਇਨ ਇਨਵੈਸਟਮੈਂਟ ਹੁੰਦੀ ਹੈ। ਪ੍ਰਾਈਵੇਟ ਵਾਲਾ ਆਪਣੇ ਆਪ ਆਉਂਦਾ। ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ, ਪ੍ਰਾਈਵੇਟ ਵਾਲੇ ਨੂੰ ਅਸੀਂ ਕਦੇ ਬੁਲਾਉਣ ਨਹੀਂ ਸੀ ਜਾਂਦੇ। ਪ੍ਰਾਈਵੇਟ ਵਾਲਾ ਆਪਣੇ ਆਪ ਹਿੰਦੁਸਤਾਨ ਦੇ ਵਿੱਚ ਆ ਕੇ ਇਨਵੈਸਟ ਕਰ ਰਿਹਾ ਸੀ। ਅਸੀਂ ਇੱਕ ਮਾਹੌਲ ਇਦਾਂ ਦਾ ਕ੍ਰੀਏਟ ਕੀਤਾ ਹੋਇਆ ਸੀ। ਉਹ ਮਾਹੌਲ ਕ੍ਰੀਏਟ ਕਰਨ ਦੀ ਲੋੜ ਹੈ। ਉਹਦੇ ਵਾਸਤੇ ਸਾਨੂੰ ਕਲਸਟਰਸ ਬਣਾਉਣੇ ਪੈਣਗੇ। ਜਿਹੜੀਆਂ ਪਹਿਲਾਂ ਸਾਨੂੰ ਸਟਾਰਟ ਜਿਹੜਾ ਕਰਨਾ ਪਏਗਾ, ਛੋਟੀ ਜਿਹੜੀਆਂ ਸਨਅਤੀ ਖੇਤਰ ਹੈ, ਛੋਟੇ ਲੈਵਲ ਦੇ ਉੱਤੇ, ਛੋਟੇ ਲੈਵਲ ਨੂੰ ਕੰਪਲੀਮੈਂਟ ਕਰੇ, ਜੋ ਕਿ ਚਾਈਨਾ ਦਾ ਮਾਡਲ ਹੈ। ਚਾਈਨੀਜ਼ ਮਾਡਲ ਕੀ ਗੱਲ ਕਰਦਾ ਹੈ? ਚਾਈਨਾ ਦਾ ਮਾਡਲ ਹੈ ਵੀ ਛੋਟੀਆਂ ਜਿਹੜੀਆਂ ਫੈਕਟਰੀਆਂ ਨੇ, ਛੋਟੇ ਜਿਹੜੇ ਉਦਯੋਗ ਨੇ, ਉਹ ਵੱਡਿਆਂ ਨੂੰ ਕੰਪਲੀਮੈਂਟ ਕਰਦੇ ਨੇ। ਵੱਡੀਆਂ ਜਿਹੜੀਆਂ ਕੰਪਨੀਆਂ ਨੇ, ਕਾਰਪੋਰੇਟਸ ਨੇ, ਉਹਨਾਂ ਨੂੰ ਸਮਾਨ ਜਿਹੜਾ ਸਪਲਾਈ ਕਰਦੇ ਨੇ, ਉਹ ਸਮਾਨ ਵੱਡੇ ਵਾਲੇ ਉਹਨੂੰ ਨਿਖਾਰ ਕੇ ਅੱਗੇ ਐਕਸਪੋਰਟ ਕਰਦੇ ਨੇ। ਇਦਾਂ ਦਾ ਮਾਡਲ ਸਾਨੂੰ ਵੀ ਚਾਹੀਦਾ। ਜੇ ਇਹ ਮਾਡਲ ਨਹੀਂ ਆਏਗਾ, ਅਸੀਂ ਜਿਸ ਤਰੀਕੇ ਦੇ ਭੰਬਲ ਭੂਸੇ ਦੇ ਵਿੱਚ ਪਏ ਆ, ਇੱਥੇ ਹੀ ਫਿਰਦੇ ਰਹਿ ਜਾਵਾਂਗੇ। ਦੇਖੋ ਰਾਜੀਵ ਜੀ, ਗੱਲ ਇਹ ਹੈ ਕਿ ਪ੍ਰਾਈਵੇਟ ਇਨਵੈਸਟਰ ਅਟਰੈਕਸ਼ਨ ਚਾਹੁੰਦਾ ਹੈ। ਪ੍ਰਾਈਵੇਟ ਇਨਵੈਸਟਰ ਇਹ ਚਾਹੁੰਦਾ ਕਿ ਉਹਨੂੰ ਬਿਲਕੁਲ ਕੰਫਰਟੇਬਲ ਜ਼ੋਨ ਦੇ ਵਿੱਚ ਰੱਖਿਆ ਜਾਵੇ। ਕੋਈ ਵੀ ਆਪਣੇ ਪੈਸੇ ਨੂੰ ਰਿਸਕ ਵਿੱਚ ਨਹੀਂ ਪਾਉਣਾ ਚਾਹੁੰਦਾ। ਮੈਂ ਇੱਕ ਐਗਜ਼ਾਮਪਲ ਲੈਣਾ, ਜਰਮਨੀ ਵੀ ਗਏ ਨੇ ਸੀਐਮ ਮਾਨ, ਤੇ ਹੁਣ ਮੁੰਬਈ ਚੱਲੇ ਨੇ ਸੀਐਮ ਮਾਨ। ਕੀ ਗੱਲ ਕਰਦੇ ਹੋਣਗੇ? ਉਹਨਾਂ ਨੂੰ ਕੀ ਤਸਵੀਰ ਦਿਖਾਉਂਦੇ ਹੋਣਗੇ? ਕਿੱਦਾਂ ਉਹਨਾਂ ਨੂੰ ਰਿਝਾਉਂਦੇ ਹੋਣਗੇ? ਕਿੱਦਾਂ ਉਹਨਾਂ ਨੂੰ ਅਟਰੈਕਟ ਕਰਦੇ ਹੋਣਗੇ? ਕੀ ਦਿਖਾ ਕੇ ਉਹਨਾਂ ਨੂੰ ਕਹਿੰਦੇ ਹੋਣਗੇ ਕਿ ਆਓ ਇਨਵੈਸਟ ਕਰੋ, ਤੁਹਾਡੇ ਵਾਸਤੇ ਪੋਟੈਂਸ਼ੀਅਲ ਹੈ, ਤੁਹਾਡੇ ਵਾਸਤੇ ਵਿਨ ਵਿਨ ਸਿਚੁਏਸ਼ਨ ਹੈ? ਕੀ ਸਟ੍ਰੈਟਜੀ ਆ? ਕੀ ਇੰਡਸਟਰੀਅਲ ਪਾਲਿਸੀ ਆ? ਮਤਲਬ ਦਿਖਾਉਣ ਵਾਸਤੇ ਹੈ ਕਿ ਪੰਜਾਬ ਦੇ ਵਿੱਚ, ਜਿਸ ਨੂੰ ਦਿਖਾ ਕੇ ਅਸੀਂ ਪ੍ਰਾਈਵੇਟ ਇਨਵੈਸਟਰਸ ਨੂੰ ਇਨਵਾਈਟ ਕਰ ਸਕੀਏ ਤੇ ਉਹ ਇੰਟਰਸਟਿਡ ਹੋ ਜਾਣ ਪੈਸਾ ਲਗਾਉਣ ਦੇ ਵਿੱਚ ਪੰਜਾਬ ਦੇ ਵਿੱਚ। ਕੀ ਦਿਖਾਣਗੇ ਮਾਨ ਸਾਹਿਬ? ਕੀ ਚਿੱਤਰ ਲੈ ਕੇ ਚੱਲੇ ਨੇ? ਜੀ ਮੁਸ਼ਕਿਲ ਹੈ ਜੀ, ਮੁਸ਼ਕਿਲ ਹੈ ਜੀ। ਪੰਜਾਬ ਦੇ ਵਿੱਚ ਇਦਾਂ ਦਾ ਕੋਈ ਵੀ ਇਸ ਵੇਲੇ ਦੇ ਮੌਜੂਦਾ ਹਾਲਾਤਾਂ ਦੇ ਵਿੱਚ ਕੋਈ ਵੀ ਚੀਜ਼ ਇਦਾਂ ਦੀ ਨਹੀਂ ਹੈ ਜਿਹਨੂੰ ਅਸੀਂ ਦਿਖਾ ਕੇ ਕਹੀਏ ਵੀ ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਇਨਵੈਸਟਮੈਂਟ ਦਾ ਮਾਹੌਲ ਠੀਕ ਹੈ। ਨਾ ਤਾਂ ਸਾਡਾ ਇਕਨੋਮਿਕ ਅਰਥਚਾਰਾ ਪੰਜਾਬ ਦਾ ਠੀਕ ਹੈ। 3.25 ਲੱਖ ਕਰੋੜ ਰੁਪਈਆ ਦਾ ਸਾਡੇ ਸਿਰ ਦੇ ਉੱਤੇ ਕਰਜ਼ਾ ਹੈ। ਸੋਸ਼ਲੀ ਜਿਸ ਤਰੀਕੇ ਦੀ ਗੈਂਗਸਟਰਸ ਔਰ ਕਲਚਰ ਬਣ ਰਿਹਾ, ਹਾਲਾਂਕਿ ਮੈਂ ਉਹਦੇ ਬਾਰੇ ਐਕਸਪਰਟ ਨਹੀਂ ਹਾਂ, ਅਖਬਾਰਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਦੇਖੀਦਾ, ਜਿਸ ਤਰੀਕੇ ਦਾ ਗੈਂਗਸਟਰਸ ਦਾ ਕਲਚਰ ਆ ਰਿਹਾ,
ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਇੱਕ ਕੰਸਟ੍ਰੇਂਟ ਹੋਏਗਾ। ਸੁਸਾਇਟੀ ਦੇ ਵਿੱਚ ਪ੍ਰੋਬਲਮਸ ਹੈਗੀਆਂ ਨੇ। ਲੈਜੀਟੀਮੇਟਲੀ ਸਾਡੇ ਕੋਲ ਕੋਈ ਵੀ ਇਸ ਤਰ੍ਹਾਂ ਦੇ ਕਾਨੂੰਨ ਨਹੀਂ ਬਣੇ ਹੋਏ ਜਿਹਦੇ ਵਿੱਚ ਅਸੀਂ ਪ੍ਰੋਟੈਕਸ਼ਨ ਦੇ ਸਕੀਏ ਜਿਹੜੇ ਲੋਕ ਪੰਜਾਬ ਦੇ ਵਿੱਚ ਆਉਣਗੇ ਔਰ ਇਨਵੈਸਟ ਕਰਨਗੇ। ਦੇਖੋ, ਜਦੋਂ ਅਸੀਂ ਪਿਛਲੇ 5-7 ਸਾਲ ਦੇ ਵਿੱਚ ਦੇਖਦੇ ਹਾਂ ਖੰਨਾ ਸਾਹਿਬ, ਕੇਂਦਰ ਸਰਕਾਰ ਨੇ 1,45,000 ਕਰੋੜ ਦਾ ਪਹਿਲਾ ਪੈਕੇਜ ਦਿੱਤਾ ਸੀ। ਮੇਕ ਇਨ ਇੰਡੀਆ ਨੂੰ ਹੁੰਗਾਰਾ ਦਿੱਤਾ, PLI ਸਕੀਮਸ ਲੈ ਕੇ ਆਏ, ਕਾਰਪੋਰੇਟ ਟੈਕਸ ਨੂੰ ਡਿਕਰੀਜ਼ ਕੀਤਾ 30% ਤੋਂ 22% ਦੇ ਉੱਤੇ ਲੈ ਕੇ ਆਏ, ਵਿਆਜ ਜਿਹੜਾ ਹੈ ਨਹੀਂ ਵਧਣ ਦਿੱਤਾ, ਹਾਲਾਂਕਿ ਮਾਰਕੀਟਸ ਕਹਿੰਦੀਆਂ ਸੀ ਕਿ ਵਿਆਜ ਵਧੇ। ਕੇਂਦਰ ਸਰਕਾਰ ਦੇ ਸਾਰੇ ਯਤਨਾਂ ਦੇ ਬਾਵਜੂਦ ਜਦੋਂ ਨਿਵੇਸ਼ ਨਹੀਂ ਆਇਆ, ਹਾਊ ਕੈਨ ਵੀ ਐਕਸਪੈਕਟ ਕਿ ਪੰਜਾਬ ਦੇ ਵਿੱਚ ਨਿਵੇਸ਼ ਆ ਜਾਏਗਾ ਜਦੋਂ ਸਾਡੇ ਕੋਲ ਦਿਖਾਉਣ ਦੇ ਲਈ ਕੁਝ ਵੀ ਨਹੀਂ ਹੈਗਾ। ਐਗਜ਼ੈਕਟਲੀ, ਮਤਲਬ ਰਾਜੀਵ ਜੀ, ਅਗਰ ਉਹਨਾਂ ਨੂੰ ਕਿਹਾ ਜਾਵੇ ਕਿ ਯੂ ਹੈਵ 1 ਮਿੰਟ, 1 ਮਿੰਟ ਦੇ ਅੰਦਰ ਆਪਣੀ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦਿਓ, ਕਨਵਿੰਸ ਕਰੋ ਸਾਨੂੰ, ਸਰਪ੍ਰਾਈਜ਼ ਕਰੋ ਸਾਨੂੰ ਕਿ ਅਸੀਂ ਇੰਟਰਸਟਿਡ ਹੋ ਜਾਈਏ, ਯੂ ਹੈਵ 1 ਮਿੰਟ, 1 ਲਾਈਨ, ਸੋ ਟੈਲ ਮੀ, ਕੁਝ ਵੀ ਨਹੀਂ ਹੈ, ਕੀ ਗੱਲ ਕਰਾਂਗੇ? ਫਰੀਬੀਜ਼ ਤੋਂ ਇਲਾਵਾ ਹੋਰ ਨਹੀਂ ਕੁਝ ਦਿਖਾ ਸਕਾਂਗੇ। ਨਾ ਸਾਡੀ ਇੰਡਸਟਰੀਅਲ ਪਾਲਿਸੀ ਹੈ, ਨਾ ਸਾਡੇ ਕੋਲ ਬਿਜਲੀ ਸਸਤੀ ਹੈ, ਸਾਡਾ ਪਾਵਰਕਾਮ ਜਿਹੜਾ ਹੈ, ਜਿਹੜਾ PSPCL ਕਰਜ਼ਿਆਂ ਦੀ ਪੰਡ ਦੇ ਥੱਲੇ ਹੈ। ਨਾ ਸਾਡੇ ਕੋਲ ਬਿਜਲੀ ਸਸਤੀ ਹੈ, ਨਾ ਸਾਡੇ ਕੋਲ ਰਾ ਮਟੀਰੀਅਲ ਹੈ, ਨਾ ਸਾਡੇ ਕੋਲ ਪੋਰਟਸ ਨੇ। ਅਸੀਂ ਕਿਸ ਚੀਜ਼ ਦੇ ਉੱਤੇ ਅਟਰੈਕਟ ਕਰਾਂਗੇ ਇਨਵੈਸਟਮੈਂਟ? ਤੇ ਫਿਰ ਕਰਨ ਕੀ ਚੱਲੇ ਆ ਮੁੰਬਈ, ਤੇ ਪਹਿਲਾਂ ਕਰਨ ਕੀ ਗਏ ਸੀ ਜਰਮਨ? ਜੇ ਸਾਡੇ ਕੋਲ ਆਪਣਾ ਹੀ ਘਰ ਤਿਆਰ ਨਹੀਂ ਹੈ ਇਨਵੈਸਟਮੈਂਟ ਨੂੰ ਇਨਵਾਈਟ ਕਰਨ ਵਾਸਤੇ, ਅਸੀਂ ਆਪ ਹੀ ਤਿਆਰ ਨਹੀਂ ਹੈ, ਸਾਡਾ ਹੋਮਵਰਕ ਕੰਪਲੀਟ ਨਹੀਂ ਹੈ, ਕੀ ਕਰਨ ਚੱਲੇ ਆ ਅਸੀਂ? ਇਹ ਅੱਖੀ ਘੱਟਾ ਪਾਉਣ ਵਾਲੀ ਗੱਲ ਹੈ ਖੰਨਾ ਸਾਹਿਬ। ਇਹਦੇ ਚ ਹਜੇ ਕੁਝ ਨਹੀਂ ਨਿਕਲ ਰਿਹਾ। ਜੋ ਜਿਸ ਤਰੀਕੇ ਦੇ ਹਾਲਾਤ ਨੇ, ਅਜੇ ਕੁਝ ਨਹੀਂ ਨਿਕਲ ਰਿਹਾ। ਹੋ ਸਕਦਾ 5 ਸਾਲ ਦੇ ਵਿੱਚ ਮਾਨ ਸਾਹਿਬ ਨੇ ਕੁਝ ਸੋਚਿਆ ਹੋਵੇ, ਕਿਉਂਕਿ ਇਨਵੈਸਟਮੈਂਟ ਵੀ ਜਿਹੜੀ ਅੱਜ ਆਏਗੀ 2-3 ਸਾਲ ਬਾਅਦ ਫਰਕਟੀਫਾਈ ਹੋਏਗੀ, ਉਹਦੇ ਜਿਹੜੇ ਫਰੂਟਸ ਨਿਕਲਣਗੇ ਇਨਵੈਸਟਮੈਂਟ ਤੇ, ਉਹ 2-3 ਸਾਲ ਲੱਗਣਗੇ। ਕੋਈ 2-3 ਸਾਲ ਬਾਅਦ ਮਾਨ ਸਾਹਿਬ ਨੇ ਕੋਈ ਚੀਜ਼ ਸੋਚੀ ਹੋਏ ਤਾਂ ਮੈਂ ਉਹਦੇ ਬਾਰੇ ਹਜੇ ਕਿਤੇ ਜ਼ਿਕਰ ਨਹੀਂ ਕਰ ਸਕਦਾ, ਕਿਉਂਕਿ ਮੈਨੂੰ ਉਹ ਚੀਜ਼ ਨਜ਼ਰ ਨਹੀਂ ਆਈ। ਬਿਕੋਜ਼ ਬਿਜ਼ਨਸ ਇਸ ਤਰ੍ਹਾਂ ਨਹੀਂ ਹੋ ਸਕਦਾ ਰਾਜੀਵ ਜੀ। ਆਪਾਂ ਜੀ ਮਿਲ ਕੇ ਕਰ ਲਾਂਗੇ, ਦੇਖੋ ਜੀ ਆਪਾਂ ਸ਼ੁਰੂਆਤ ਕਰਕੇ ਦੇਖਦੇ ਹਾਂ, ਦੇਖੋ ਜੀ ਨਤੀਜੇ ਆਣਗੇ, ਉਹ ਜੀ ਇੱਦਾਂ ਹੋ ਜਾਏਗਾ, ਉਹ ਜੀ ਇੱਦਾਂ ਹੋ ਜਾਏਗਾ। ਦਿਸ ਇਜ਼ ਨਾਟ ਗਰਾਊਂਡ ਰਿਐਲਿਟੀ। ਹਰ ਚੀਜ਼ ਬਿਲਕੁਲ ਕਲੀਅਰ ਚਾਹੀਦੀ ਆ, ਕ੍ਰਿਸਟਲ ਕਲੀਅਰ ਚਾਹੀਦੀ ਹੈ। ਇਨਵੈਸਟਰ ਕਹੇਗਾ ਵਾਈ ਸ਼ੁਡ ਆਈ, ਮੈਂ ਪੈਸਾ ਲਗਾਵਾਂ, ਮੈਨੂੰ ਕੀ ਫਾਇਦਾ? ਤੁਹਾਡੀ ਸਟੇਟ ਨੂੰ ਫਾਇਦਾ ਹੋ ਸਕਦਾ, ਤੁਹਾਨੂੰ ਫਾਇਦਾ ਹੋ ਸਕਦਾ, ਮੈਨੂੰ ਕੀ ਫਾਇਦਾ? ਸਭ ਤੋਂ ਪਹਿਲਾਂ ਤਾਂ ਕਰਪਸ਼ਨ, ਉਸ ਨੂੰ ਕੁਝ ਕਿੱਦਾਂ ਰੋਕੋਗੇ? ਠੀਕ ਹੈ, ਕਹਿ ਰਹੇ ਨੇ ਕਿ ਸਿੰਗਲ ਵਿੰਡੋ ਸਿਸਟਮ, ਕਿ ਤੁਹਾਨੂੰ ਕੋਈ ਜ਼ਿਆਦਾ ਲਾਇਸੈਂਸਿੰਗ ਦੀ ਜ਼ਰੂਰਤ ਨਹੀਂ, ਜ਼ਿਆਦਾ ਪਰਮਿਸ਼ਨ ਦੀ ਜ਼ਰੂਰਤ ਨਹੀਂ, ਇੱਕੋ ਵਾਰ ਸਭ ਕੁਝ ਹੋ ਜਾਏਗਾ। ਓਕੇ, ਇਹ ਜਿਹੜੇ ਵੱਡੇ ਵੱਡੇ ਬੈਠੇ ਨੇ ਆਪਣਾ ਹਿੱਸਾ ਮੰਗਣ ਵਾਲੇ, ਪਰਸੈਂਟੇਜ ਮੰਗਣ ਵਾਲੇ, ਉਹਨਾਂ ਦਾ ਕੀ ਇਲਾਜ ਹੈ? ਉਹ ਵੀ ਤਾਂ ਬੈਠੇ ਨੇ ਨਾ, ਉਹਨਾਂ ਦੀ ਆਦਤਾਂ ਥੋੜ੍ਹਾ ਸੁਧਰ ਜਾਣੀਆਂ ਨੇ। ਉਹ ਤਾਂ ਆਲਰੇਡੀ ਬਹੁਤ ਕੁਝ ਖਾ ਚੁੱਕੇ ਨੇ, ਤੇ ਹੁਣ ਵੀ ਬਿਲਕੁਲ ਸੁਪਨਾ ਲੈ ਕੇ ਬੈਠੇ ਹੋਣਗੇ ਕਿ ਮਾਨ ਸਾਹਿਬ ਕੋਈ ਇਨਵੈਸਟਮੈਂਟ ਲੈ ਕੇ ਆਉਣ, ਅਸੀਂ ਪਹਿਲਾਂ ਹੀ ਤਿਆਰ ਬੈਠੇ ਹਾਂ, ਕਿੰਨਾ ਕਿੰਨਾ ਹਿੱਸਾ ਕਿਹਨੇ ਕਿਹਨੇ ਵੰਡਣਾ ਹੈ, ਬਾਕੀ ਦੇਖਾਂਗੇ ਸਟੇਟ ਦੇ ਉੱਤੇ ਕਿੰਨਾ ਖਰਚ ਹੁੰਦਾ, ਕੋਈ ਰੋਜ਼ਗਾਰ ਡਿਵੈਲਪ ਹੁੰਦੇ ਨੇ, ਕੋਈ ਇੰਡਸਟਰੀ ਡਿਵੈਲਪ ਹੁੰਦੀ ਹੈ ਜਾਂ ਨਹੀਂ ਹੁੰਦੀ, ਉਹ ਦੇਖ ਲੈਂਦੇ ਹਾਂ, ਹੋ ਸਕਦੀ ਹੈ ਕਿ ਨਹੀਂ ਹੋ ਸਕਦੀ। ਨੌਜਵਾਨ ਤਾਂ ਪਹਿਲਾਂ ਹੀ ਬਾਹਰ ਚੱਲੇ ਨੇ, ਉਹ ਰਹਿ ਵੀ ਕਿੰਨੇ ਕੁ ਗਏ ਨੇ ਪੰਜਾਬ ਦੇ ਅੰਦਰ ਨੌਜਵਾਨ, ਜਿਨ੍ਹਾਂ ਬਾਰੇ ਸੋਚਿਆ ਜਾਵੇ। ਆਪਣਾ ਸੋਚੋ, ਜਿਹੜੇ ਆਪਣੇ ਬੱਚੇ ਬਾਹਰ ਭੇਜੇ ਹੋਏ ਨੇ, ਉਹਨਾਂ ਨੂੰ ਹੋਰ ਪੈਸਾ ਭੇਜਣਾ ਬਾਹਰ ਸੈਟਲ ਹੋਣ ਵਾਸਤੇ। ਇੱਦਾਂ ਦੇ ਬੈਠੇ ਹੋਏ ਨੇ ਲੋਕ ਜੋ ਹਮੇਸ਼ਾ ਆਪਣਾ ਫਾਇਦਾ ਦੇਖਦੇ ਨੇ, ਆਪਣੀ ਪਰਸੈਂਟੇਜ ਸੈਟਲ ਕਰਦੇ ਨੇ, ਉਹ ਸਾਰਾ ਕਰਪਸ਼ਨ ਦਾ ਸਿਸਟਮ। ਸੋ ਇਸ ਤਮਾਮ ਗੱਲਾਂ ਉਹੀ ਨੇ, ਕੋਈ ਇਨਫਰਾਸਟ੍ਰਕਚਰ ਨਹੀਂ ਬਦਲਿਆ, ਕੋਈ ਲੋਕ ਨਹੀਂ ਬਦਲੇ, ਉਹੀ ਮਾਹੌਲ, ਉਹੀ ਸਭ ਕੁਝ। ਔਰ ਤੁਸੀਂ ਚਾਹੁੰਦੇ ਹੋ ਨਵੀਆਂ ਚੀਜ਼ਾਂ ਹੋ ਜਾਣ। ਜਦੋਂ ਤੱਕ ਪੁਰਾਣੇ ਮੈਥਡਸ ਨਹੀਂ ਛੱਡੋਗੇ, ਨਵੇਂ ਰਿਜ਼ਲਟਸ ਨਹੀਂ ਆਉਣਗੇ। ਜਦੋਂ ਤੱਕ ਨਵੇਂ ਲੋਕ ਸਾਹਮਣੇ ਨਹੀਂ ਆਉਣਗੇ, ਨਵੀਂ ਸੋਚ ਨਹੀਂ ਆਏਗੀ ਸਾਹਮਣੇ, ਉਦੋਂ ਤੱਕ ਕੋਈ ਵੀ ਇਨਵੈਸਟਮੈਂਟ ਵਾਸਤੇ ਤਿਆਰ ਨਹੀਂ ਹੋਏਗਾ, ਨਵੀਂ ਚੀਜ਼ ਪੈਦਾ ਨਹੀਂ ਹੋ ਸਕਦੀ। ਤੁਹਾਨੂੰ ਨਹੀਂ ਲੱਗਦਾ ਇਹ ਸਾਰਾ ਇਨਫਰਾਸਟ੍ਰਕਚਰ ਪਹਿਲਾਂ ਆਪਣਾ ਹੋਮਵਰਕ ਕੰਪਲੀਟ ਕਰਨਾ ਚਾਹੀਦਾ, ਫਿਰ ਜਾ ਕੇ ਲੋਕਾਂ ਨੂੰ ਕਹਿਣਾ ਚਾਹੀਦਾ ਕਿ ਆਓ ਦੇਖੋ ਸਾਡੇ ਕੋਲ ਆਹ ਕੁਝ ਹੈ, ਤੁਸੀਂ ਇਹਦੇ 'ਚ ਇਨਵੈਸਟ ਕਰੋ, ਤੁਹਾਡਾ ਵੀ ਫਾਇਦਾ, ਸਾਡਾ ਵੀ ਫਾਇਦਾ। ਡੋਂਟ ਯੂ ਥਿੰਕ ਸੋ? ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਖੰਨਾ ਸਾਹਿਬ। ਪਹਿਲਾਂ ਸਰਕਾਰ ਆਪ ਯਤਨ ਕਰੇ, ਆਪਣੇ ਆਪ ਨੂੰ ਉਹਨਾਂ ਸਮਰਥ ਬਣਾਵੇ ਵੀ ਅਸੀਂ ਅਟਰੈਕਟ ਤਾਂ ਕਰ ਸਕੀਏ, ਕੋਈ ਚੀਜ਼ ਦਿਖਾਉਣ ਦੇ ਲਾਇਕ ਤਾਂ ਹੋ ਜਾਈਏ। ਜਦ ਤੱਕ ਸਾਡੇ ਘਰ ਦੇ ਵਿੱਚ ਅਸੀਂ ਦਿਖਾਉਣ ਦੇ ਲਾਇਕ ਨਹੀਂ, ਕਿੱਦਾਂ ਅਸੀਂ ਕਿਸੇ ਨੂੰ ਇਨਵਾਈਟ ਕਰ ਸਕਦੇ ਹਾਂ? ਔਰ ਕਿਉਂ ਅਗਲਾ ਆਏਗਾ? ਡਿਸਪਾਈਟ ਆਲ ਦਾ ਆਡਸ, ਵਿਆਜ ਕੀ ਹੈ, ਟੈਕਸ ਦਾ ਰੇਟ ਕੀ ਹੈ, ਬਿਜਲੀ ਦੀ ਦਰ ਕੀ ਹੈ, ਇਹਨੂੰ ਛੱਡ ਦਈਏ। ਜੇ ਅਸੀਂ, ਸਾਡੇ ਕੋਲ ਦਿਖਾਉਣ ਲਈ ਕੀ ਹੈ? ਕਿਆ ਸਾਡੇ ਕੋਲ ਭਾਈਚਾਰਾ ਠੀਕ ਹੈ? ਉਹਦੇ ਉੱਤੇ ਕਰਪਸ਼ਨ ਦੀ ਤੁਸੀਂ ਗੱਲ ਕੀਤੀ ਹੈ। ਸਾਨੂੰ ਤਾਂ ਪਹਿਲਾਂ ਤਾਂ ਸਰਕਾਰ ਨੂੰ ਆਪ ਆਪਣੇ ਪੈਰੀ ਖੜਾ ਹੋਣਾ ਪਏਗਾ। ਛੋਟੀ ਇੰਡਸਟਰੀ ਜਿਹੜੀ ਹੈ, GST ਦੇ ਨਾਲ ਜਿਹੜੀ ਤਬਾਹ ਹੋਈ ਹੈ, ਜਿਹੜੀ ਡੀਮੋਨੇਟਾਈਜੇਸ਼ਨ ਦੇ ਨਾਲ ਤਬਾਹ ਹੋਈ ਹੈ, ਜਿਹੜੀ ਲੋਕਡਾਊਨ ਦੇ ਕਰਕੇ ਤਬਾਹ ਹੋਈ ਹੈ, ਪਹਿਲਾਂ ਤਾਂ ਉਹਨੂੰ ਰਿਵਾਈਵ ਕਰੇ ਸਰਕਾਰ, ਪਹਿਲੀ ਚੀਜ਼। ਦੂਸਰੀ ਚੀਜ਼ ਜਿਹੜੀ ਹੈ, ਜਦੋਂ ਸਰਕਾਰ ਆਪ ਇਦਾਂ ਦਾ ਮਾਹੌਲ ਬਣਾ ਦੇਗੀ, ਲੋਕਾਂ ਦੇ ਹੱਥਾਂ ਦੇ ਵਿੱਚ ਪੈਸੇ ਆ ਜਾਣਗੇ, ਨਵੀਂ ਇੰਡਸਟਰੀ ਜਿਹੜੀ ਹੈ ਲੱਗ ਜਾਏਗੀ,
ਤਾਂ ਆਟੋਮੈਟਿਕਲੀ ਜਦੋਂ ਬਾਹਰ ਵਾਲੇ ਨੂੰ ਨਜ਼ਰ ਆਏਗਾ ਵੀ ਪੰਜਾਬ ਦੇ ਵਿੱਚ ਇੰਨੇ ਲੋਕ ਅਮੀਰ ਨੇ ਵੀ ਮੇਰੀ ਪ੍ਰੋਡਕਟ ਜੋ ਮੈਂ ਬਣਾਉਂਗਾ ਉਹਨੂੰ ਖਰੀਦਣਗੇ, ਕਿਉਂ ਨਹੀਂ ਆਏਗਾ? ਅਗਲਾ ਆਏਗਾ। ਸਰਕਾਰ ਨੂੰ ਉਹ ਇਕੋਸਿਸਟਮ ਬਣਾਉਣ ਦੀ ਲੋੜ ਹੈ ਔਰ ਉਹਨੂੰ ਰੂਰਲ ਏਰੀਆ ਦੇ ਵਿੱਚੋਂ ਦੀ ਇਕੱਠਾ ਕਰਨ ਦੀ ਲੋੜ ਹੈ ਵੀ ਰੂਰਲ ਏਰੀਆ ਦੇ ਵਿੱਚ, ਕਿਉਂਕਿ ਜਿਸ ਤਰੀਕੇ ਦੀ ਰੂਰਲ ਡਿਮਾਂਡ ਜਿਹੜੀ ਹੈ ਘਟੀ ਹੈ, ਉਹਨੇ ਦੇਸ਼ ਦੇ ਵਿੱਚ ਬੇੜਾ ਗਰਕ ਕੀਤਾ। ਉਹ ਜਿਹੜੀ ਡਿਮਾਂਡ ਹੈ ਉਹਨੂੰ ਰਿਵਾਈਵ ਕਰੇ ਸਰਕਾਰ, ਰੂਰਲ ਸੈਕਟਰ ਤੋਂ ਸ਼ੁਰੂ ਕਰੇ। ਮੈਂ ਤੁਹਾਨੂੰ ਦੱਸਿਆ ਵੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਜਿਹੜੀਆਂ ਛੋਟੇ ਛੋਟੇ ਲੈਵਲ ਦੇ ਉੱਤੇ ਉਹਨਾਂ ਨੂੰ ਰਿਆਇਤੀ ਦਰਾਂ ਦੇ ਉੱਤੇ ਕੰਮ ਕਰਾਵੇ, ਆਪ ਇਨਵੈਸਟ ਕਰਨ, ਉਸ ਤੋਂ ਬਾਅਦ ਪ੍ਰਾਈਵੇਟ ਵਾਲਾ ਆਏਗਾ। ਫਿਰ ਜਿਹੜੇ ਸਰਕਾਰ ਦੂਸਰੇ ਸਟੈਪ ਦੇ ਉੱਤੇ 2 3 4 ਸਾਲ ਦੇ ਬਾਅਦ ਸਰਕਾਰ ਜਿਹੜੀ ਹੈ ਉਦਾਂ ਦਾ ਇਨਫਰਾਸਟ੍ਰਕਚਰ ਕ੍ਰੀਏਟ ਕਰੇ ਨਾਲ ਦੇ ਨਾਲ, ਵੀ ਜਿਹਦੇ ਨਾਲ ਪ੍ਰਾਈਵੇਟ ਵਾਲੇ ਨੂੰ ਅਸੀਂ ਕੱਲ ਨੂੰ ਰੱਖ ਵੀ ਸਕੀਏ ਸਾਂਭ ਕੇ। ਉਹ 2 ਸਾਲ ਬਾਅਦ ਉਹ ਨਾ ਦੌੜਦਾ ਜਾਏ। ਇੱਥੇ ਤਾਂ ਜਿੱਦਾਂ ਦੀ ਇੰਡਸਟਰੀ ਹੈ ਪੰਜਾਬ ਦੇ ਵਿੱਚੋਂ ਯੂਪੀ ਦੇ ਵਿੱਚ ਚੱਲ ਪਈ ਹੈ। ਯੂਪੀ ਵਾਲੇ ਯੋਗੀ ਸਾਹਿਬ ਨੇ ਕਿਹਾ ਵੀ ਅਸੀਂ ਤੁਹਾਨੂੰ ਇੱਕ ਅੱਛਾ ਇਕੋਸਿਸਟਮ ਦਵਾਂਗੇ। ਪੰਜਾਬ ਦੇ ਵਿੱਚ ਉਹ ਵੀ ਭੱਜਣ ਨੂੰ ਫਿਰਦੇ ਨੇ, ਜਿਹੜੇ ਹੈ ਉਹ ਵੀ ਦੌੜਨ ਨੂੰ ਫਿਰਦੇ। ਤੇ ਦੂਜੇ ਸਟੈਪ ਤੇ ਸਾਨੂੰ ਇਨਫਰਾਸਟ੍ਰਕਚਰ ਕ੍ਰੀਏਟ ਕਰਨਾ ਪਏਗਾ। ਤੀਸਰੇ ਸਟੈਪ ਤੇ ਸਾਨੂੰ ਸਕਿੱਲਸ ਐਂਡ ਟ੍ਰੇਨਿੰਗ ਦੇ ਉੱਤੇ, ਵੀ ਬੱਚੇ ਜਿਹੜੇ ਹੈ ਕੱਲ ਨੂੰ ਮੈਨ ਪਾਵਰ ਜਿਹੜੀ ਹੈ ਟੈਕਨੋਲੋਜੀ ਬਹੁਤ ਤੇਜ਼ੀ ਦੇ ਨਾਲ ਡਿਵੈਲਪ ਕਰਦੀ ਹੈ, ਉਸ ਮੈਨ ਪਾਵਰ ਨੂੰ ਉਹਦੇ ਇੰਡਸਟਰੀ ਦੇ ਹਿਸਾਬ ਦੇ ਨਾਲ ਡਿਵੈਲਪ ਕਰਨ ਦੀ ਟ੍ਰੇਨਿੰਗ ਸਕਿੱਲਸ ਦੇਣ ਦੀ ਰਿਕੁਆਇਰਮੈਂਟ ਹੈ, ਉਹ ਦੇਣ। ਇਹ 2-3 ਸਟੈਪਸ ਨੇ। ਜੇ ਇਹ ਕਰਨਗੇ ਆਪਣੇ ਆਪ ਇਨਵੈਸਟਮੈਂਟ ਆ ਜਾਏਗੀ, ਸਾਨੂੰ ਬਾਰ-ਬਾਰ ਭਟਕਣਾ ਨਹੀਂ ਪਏਗਾ ਇਨਵੈਸਟਮੈਂਟ ਦੇ ਨਾਲ। ਲਾਸਟ ਚੀਜ਼ ਮੈਂ ਇੱਕ ਹੋਰ ਦੱਸਣਾ ਚਾਹੁੰਦਾ, ਖੰਨਾ ਸਾਹਿਬ, ਪੰਜਾਬ ਇੱਕ ਉਹ ਸੂਬਾ ਹੈ ਜਿੱਥੇ ਜਵਾਨੀ ਜਿਹੜੀ ਹੈ ਖਤਮ ਹੋ ਰਹੀ। ਕੁਛ ਸਾਨੂੰ ਪਤਾ ਵੀ ਡਰੱਗਸ ਦੀ ਪ੍ਰੋਬਲਮ ਰਹੀ ਹੈ, ਕੁਛ ਜਿਹੜੇ ਲੋਕ ਪ੍ਰਵਾਸ ਕਰਕੇ ਜਿਹੜੇ ਬੱਚੇ ਜਿਹੜੇ ਆ ਬਾਹਰ ਚਲੇ ਗਏ ਨੇ, ਕੁਛ ਇੱਕ ਸਾਡੀ ਜਿਹੜੀ ਏਜ ਗਰੁੱਪ ਹੈ। ਇਸ ਤੋਂ ਬਾਅਦ ਪੰਜਾਬ ਉਹਨਾਂ ਸੂਬਿਆਂ ਦੇ ਵਿੱਚ ਸ਼ੁਮਾਰ ਹੈ, ਪੰਜਾਬ ਔਰ ਤਾਮਿਲਨਾਡੂ, ਜਿੱਥੇ ਆਲਰੇਡੀ ਏਜਿੰਗ ਸ਼ੁਰੂ ਹੋ ਗਈ ਹੈ, ਜਿਹਨੂੰ ਅਸੀਂ ਡੈਮੋਗ੍ਰਾਫਿਕ ਡਿਵੀਡੈਂਡ ਕਹਿੰਦੇ ਆ, ਵੀ ਜਿੱਥੇ ਜਵਾਨ ਬੱਚੇ ਨੇ ਜਿਹੜੇ ਕੰਮ ਜ਼ਿਆਦਾ ਕਰ ਸਕਦੇ ਆ ਬਜ਼ੁਰਗਾਂ ਦੇ ਨਾਲੋਂ, ਜਿਹੜੇ ਚੀਜ਼ਾਂ ਖਾ ਸਕਦੇ, ਜਿਨ੍ਹਾਂ ਦੀ ਕੰਜ਼ੰਪਸ਼ਨ ਦੀ ਉਮਰ ਹੈ, ਉਹ ਏਜ ਨੂੰ ਅਸੀਂ ਪਾਰ ਕਰ ਰਹੇ ਹਾਂ। ਅਗਲੇ 2 4 5 ਸਾਲ ਦੇ ਵਿੱਚ ਕੀ ਹੋਏਗਾ ਕਿ ਸਾਨੂੰ ਬਜ਼ੁਰਗ ਜਿਹੜੇ ਨੇ ਜਾਂ ਮੈਚੁਰ ਕਲਾਸ ਜ਼ਿਆਦਾ ਨਜ਼ਰ ਆਏਗੀ, ਯੰਗ ਕਲਾਸ ਜਿਹੜੀ ਹੈ ਉਹ ਇੱਥੋਂ ਦੀ ਖਤਮ ਹੁੰਦੀ ਜਾਏਗੀ। ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰ ਨੂੰ ਆਪਣੀ ਜਿਹੜੀ ਪਲੈਨਿੰਗ ਹੈ ਕਰਨੀ ਚਾਹੀਦੀ ਹੈ ਠੀਕ ਤਰੀਕੇ ਦੇ ਨਾਲ। ਐਗਜ਼ੈਕਟਲੀ। ਨਹੀਂ ਤਾਂ ਜੇ ਕੋਈ ਪ੍ਰਾਈਵੇਟ ਇਨਵੈਸਟਰ ਆ ਵੀ ਗਿਆ ਤਾਂ ਫਿਰ ਉਹ ਏਮਪਲੋਇਮੈਂਟ ਵਾਸਤੇ ਬਾਹਰੋਂ ਬੰਦੇ ਲੈ ਕੇ ਆ ਜਾਏਗਾ, ਉਹ ਪੰਜਾਬੀ ਨਹੀਂ ਹੋਣਗੇ, ਉਹ ਬਾਹਰ ਦੇ ਹੋਣਗੇ। ਦੈਨ ਵਾਟ ਇਜ਼ ਦ ਬੈਨੀਫਿਟ? ਪੰਜਾਬ ਦੇ ਯੂਥ ਨੂੰ ਫਿਰ ਇੱਥੇ ਕੋਈ ਰੋਜ਼ਗਾਰ ਨਹੀਂ ਮਿਲਿਆ, ਕਿਉਂਕਿ ਪੰਜਾਬ ਦਾ ਯੂਥ ਰੋਜ਼ਗਾਰ ਵਾਸਤੇ ਤਿਆਰ ਹੀ ਨਹੀਂ, ਕੈਪੇਬਲ ਹੀ ਨਹੀਂ ਹੈ, ਉਹਦੇ ਕੋਲ ਕੁਆਲਿਟੀ ਨਹੀਂ ਹੈ, ਹੁਨਰ ਨਹੀਂ ਹੈ, ਕਿਉਂਕਿ ਉਹਦੇ ਕੋਲ ਟ੍ਰੇਨਿੰਗ ਨਹੀਂ ਹੈ, ਉਹਦੇ ਕੋਲ ਸਿੱਖਿਆ ਨਹੀਂ ਹੈ। ਫਿਰ ਬਾਹਰੋਂ ਆ ਕੇ ਦੂਸਰੇ ਸ਼ਹਿਰਾਂ ਦੇ ਔਰ ਦੂਸਰੇ ਸੂਬਿਆਂ ਦੇ, ਦੂਸਰੀਆਂ ਸਟੇਟਸ ਦੇ ਨੌਜਵਾਨ ਭਾਰਤ ਦੇ ਵਿੱਚ ਠੀਕ ਹੈ ਤੁਸੀਂ ਕਿਤੇ ਵੀ ਕੰਮ ਕਰ ਸਕਦੇ ਹੋ, ਬਟ ਜਦੋਂ ਅਸੀਂ ਪੰਜਾਬ ਦੇ ਉੱਪਰ ਫੋਕਸ ਕਰਦੇ ਪਏ ਹਾਂ, ਪੰਜਾਬ ਦੇ ਉੱਪਰ ਫੋਕਸ ਕਰਦੇ ਹੋ, ਸਾਨੂੰ ਸਾਰੀ ਯੂਥ ਬਾਹਰੋਂ ਲੈਣੀ ਪਏਗੀ ਇੱਥੇ ਇੰਡਸਟਰੀ ਰਨ ਕਰਨ ਵਾਸਤੇ, ਕਿਉਂਕਿ ਕੋਈ ਵੀ ਬਿਜ਼ਨਸਮੈਨ ਕੈਪੇਬਲ ਬੰਦੇ ਨੂੰ ਰੱਖੇਗਾ ਨਾ, ਕਾਬਿਲ ਬੰਦੇ ਨੂੰ ਰੱਖੇਗਾ। ਜੇ ਪੰਜਾਬ ਦੇ ਵਿੱਚ ਉਹ ਨੌਜਵਾਨ ਨਹੀਂ ਮਿਲੇਗਾ ਜੋ ਕਾਬਿਲ ਹੈ, ਤਾਂ ਫਿਰ ਉਹ ਬਾਹਰੋਂ ਲਿਆਏਗਾ। ਦੈਨ ਵਾਟ ਇਜ਼ ਦ ਬੈਨੀਫਿਟ? ਜਿਹੜਾ ਇਨਵੈਸਟਰ ਆਇਆ ਉਸਨੇ ਇੰਪਲੋਇਮੈਂਟ ਜਨਰੇਟ ਕੀਤੀ, ਪਰ ਕਿਹਦੇ ਵਾਸਤੇ? ਪੰਜਾਬ ਵਾਸਤੇ ਨਹੀਂ, ਬਾਹਰ ਦੇ ਸੂਬਿਆਂ ਵਾਸਤੇ। ਵਾਟ ਇਜ਼ ਦ ਫਰੂਟ? ਕੀ ਉਹ ਚੋਂ ਫਲ ਕੀ ਨਿਕਲਿਆ? ਕੁਝ ਵੀ ਨਹੀਂ। ਉੱਥੇ ਦੇ ਉੱਥੇ ਰਹਿ ਗਈ ਪੰਜਾਬ ਦੇ ਯੂਥ। ਫਿਰ ਚਲੋ +2 ਤੋਂ ਬਾਅਦ ਆਇਲਟਸ ਕਰੋ ਤੇ ਬਾਹਰ ਕੈਨੇਡਾ ਚੱਲੀਏ, ਬਟ ਦਿਸ ਇਜ਼ ਨਾਟ ਦ ਵੇ। ਇਸ ਤਰ੍ਹਾਂ ਕੁਝ ਹੋ ਨਹੀਂ ਸਕਦਾ। ਬਾਕੀ ਜਾ ਕੇ ਤੁਸੀਂ ਇਨਵੈਸਟਰਸ ਨੂੰ ਕਹੋ ਮਾਨ ਸਾਹਿਬ ਚੱਲੇ ਨੇ, ਉੱਥੇ ਜਾ ਕੇ ਕਹੋ ਜੋ ਜੀ ਤੁਸੀਂ ਕਹੋਗੇ ਜੀ ਉੱਦਾਂ ਹੀ ਕਰ ਲਾਂਗੇ ਜੀ, ਜਿਵੇਂ ਤੁਸੀਂ ਕਹੋਗੇ ਜੀ ਉੱਦਾਂ ਹੀ ਕਰ ਲਾਂਗੇ। ਇੱਦਾਂ ਥੋੜ੍ਹਾ ਬਿਜ਼ਨਸ ਹੁੰਦਾ। ਬਿਜ਼ਨਸ ਵਾਸਤੇ ਪਹਿਲਾਂ ਉਹਨੂੰ ਕੋਈ ਪਲੇਟਫਾਰਮ ਤੋਂ ਦਿਓ, ਪਹਿਲਾਂ ਆਪਣੀ ਤਿਆਰੀ ਤੇ ਕੱਸੋ, ਤੁਸੀਂ ਕਰਨਾ ਕੀ ਚਾਹੁੰਦੇ ਹੋ, ਕੋਈ ਵਿਜ਼ਨ ਤਾਂ ਦਿਓ ਉਹਨੂੰ ਕਿ ਸਾਡਾ ਇਹ ਵਿਜ਼ਨ ਹੈ, ਪੰਜਾਬ ਨੂੰ ਵਧਾਉਣਾ ਹੈ, ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ। ਇਹ ਤਾਂ ਇੱਕ ਜਨਰਲ ਗੱਲ ਹੈ। ਕਿੱਦਾਂ, ਹਾਓ, ਤੁਹਾਡੀ ਕੀ ਪਲੈਨਿੰਗ ਹੈ, ਤੁਸੀਂ ਕੀ ਕਰਨਾ ਚਾਹੁੰਦੇ ਹੋ? ਮੇਰੇ ਕੋਲ ਤੁਸੀਂ ਆਏ ਹੋ ਪੈਸਾ ਲੈਣ ਵਾਸਤੇ, ਓਕੇ ਆਈ ਐਮ ਰੈਡੀ, ਪਰ ਤੁਸੀਂ ਕੀ ਕਰਨਾ ਚਾਹੁੰਦੇ ਹੋ? ਤੁਹਾਡੀ ਪਲੈਨਿੰਗ ਕੀ ਆ? ਤਾਂ ਹੀ ਤਾਂ ਮੈਂ ਉਹਦੇ 'ਚ ਇੰਟਰਸਟਿਡ ਹੋਵਾਂਗਾ। ਹੁਣ ਪਲੈਨਿੰਗ ਵੀ ਮੈਂ ਲੈ ਕੇ ਆਵਾਂਗਾ ਬਾਹਰੋਂ ਤੁਹਾਡੀ ਪੰਜਾਬ ਨੂੰ ਦੇਣ ਵਾਸਤੇ ਕਿ ਆਹ ਪਲੈਨਿੰਗ ਹੈ ਜੀ, ਇੱਦਾਂ ਇਨਵੈਸਟ ਕਰੋ ਜੀ। ਮੈਂ ਤੁਹਾਨੂੰ ਦੱਸਾਂਗਾ ਆਪਸ਼ਨਸ ਕੀ ਨੇ। ਤੁਹਾਨੂੰ ਆਪਣੀ ਸਟੇਟ ਦਾ ਤਾਂ ਪਤਾ ਹੋਣਾ ਚਾਹੀਦਾ ਨਾ, ਪੋਟੈਂਸ਼ੀਅਲ ਕੀ ਹੈ, ਰॉ ਮਟੀਰੀਅਲ ਕੀ ਆ, ਤੁਹਾਡੀ ਸਟੇਟ ਕਿੱਥੇ ਖੜੀ ਹੈ, ਤੁਸੀਂ ਉਸ ਦੇ ਮੁਤਾਬਿਕ ਕੀ ਪਲੈਨਿੰਗ ਲੈ ਕੇ ਚੱਲੇ ਹੋ, ਕੀ ਤਸਵੀਰ ਲੈ ਕੇ ਚੱਲੇ ਹੋ, ਉਹਨੂੰ ਕੋਈ ਵਿਜ਼ਨ ਦਿਓਗੇ। ਦੈਨ ਉਹ ਤੁਹਾਡੇ ਵਿਜ਼ਨ 'ਚ, ਤੁਹਾਡੇ ਸੁਪਨੇ 'ਚ ਇੰਟਰਸਟਿਡ ਹੋਏਗਾ। ਦੈਨ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਇਹ ਸਾਡਾ ਸੁਪਨਾ ਹੈ, ਦੈਟਸ ਓਕੇ। ਪਰ ਕਿੱਦਾਂ, ਹਾਓ? ਐਮ ਆਈ ਰਾਈਟ ਸਰ? ਬੜੀ ਗੱਲ ਦਰੁਸਤ ਹੈ ਜੀ, ਮੈਂ ਸਹਿਮਤ ਹਾਂ ਤੁਹਾਡੀ ਸਾਰੀ ਇੱਕ ਸ਼ਬਦ ਦੇ ਨਾਲ ਮੈਂ ਸਹਿਮਤ ਹਾਂ। ਤੇ ਸਾਨੂੰ ਨੀਤੀਆਂ ਠੀਕ ਬਣਾਉਣੀਆਂ ਪੈਣਗੀਆਂ ਜਦ, ਔਰ ਨੀਤੀਆਂ ਦੇ ਹਿਸਾਬ ਦੇ ਨਾਲ ਫਿਰ ਕੰਮ ਕਰੀਏ। ਇਦਾਂ ਦੀ ਨੀਤੀ ਸਾਡੀ ਕੁਝ ਹੋਰ ਕਹਿ ਰਹੀ ਹੈ, ਅਸੀਂ ਗੱਲ ਕੁਝ ਹੋਰ ਕਰ ਰਹੇ ਹਾਂ, ਪੈਸਾ ਹੈ ਨਹੀਂਗਾ, ਨੀਤੀ ਕੁਝ ਹੋਰ ਗੱਲ ਕਰ ਰਹੀ ਹੈ, ਉਹ ਤਾਂ ਫਿਰ ਕੰਮ ਜਿਹੜਾ ਹੈ ਠੀਕ ਨਹੀਂ ਚੱਲ ਸਕਦਾ।
ਰਾਈਟ, ਅਸੀਂ ਹੋਪ ਕਰਾਂਗੇ ਕਿ ਜੋ ਵੀ ਮਾਨ ਸਾਹਿਬ ਦੇ ਨਾਲ ਐਡਵਾਈਜ਼ਰਸ ਜਾਣਗੇ ਜਾਂ ਇਕਨੋਮਿਸਟ ਜਾਣਗੇ, ਉਹਨਾਂ ਕੋਲ ਇੱਕ ਕਲੀਅਰ ਪਿਕਚਰ ਹੋਏਗੀ ਜੋ ਇਨਵੈਸਟਰਸ ਨੂੰ ਦਿਖਾ ਸਕਣਗੇ ਔਰ ਉਹ ਇੰਟਰਸਟਿਡ ਹੋਣਗੇ ਪੰਜਾਬ ਦੀ ਇਕਨੋਮੀ ਦੇ ਵਿੱਚ ਪੈਸਾ ਲਗਾਉਣ ਵਾਸਤੇ, ਤਾਂ ਕਿ ਉਹਨਾਂ ਨੂੰ ਵੀ ਫਾਇਦਾ ਹੋਵੇ, ਸਟੇਟ ਨੂੰ ਵੀ ਫਾਇਦਾ ਹੋਵੇ, ਨੌਜਵਾਨਾਂ ਨੂੰ ਨੌਕਰੀ ਮਿਲੇ, ਰੋਜ਼ਗਾਰ ਜਨਰੇਟ ਹੋਣ ਔਰ ਪੰਜਾਬ ਤਰੱਕੀ ਕਰੇ, ਐਗਰੀਕਲਚਰ ਤਰੱਕੀ ਕਰੇ, ਇੰਡਸਟਰੀ ਤਰੱਕੀ ਕਰੇ ਔਰ ਇੱਕ ਸੁਮੇਲ ਹੋਵੇ। ਪੰਜਾਬ ਵਾਕਈ ਰਗਲਾ ਪੰਜਾਬ ਬਣੇ। ਅਸੀਂ ਵੀ ਚਾਹੁੰਦੇ ਹਾਂ, ਸਾਰੇ ਤਿਆਰ ਹਾਂ ਕੰਮ ਕਰਨ ਵਾਸਤੇ, ਪਰ ਸਾਨੂੰ ਦਿਖਾਇਆ ਜਾਏ ਕਿ ਰੋਡ ਮੈਪ ਕੀ ਆ, ਪਲੈਨਿੰਗ ਕੀ ਆ, ਸਟ੍ਰੈਟਜੀ ਕੀ ਹੈ। ਤਾਂ ਹੀ ਅਸੀਂ ਸਾਰੇ ਪੰਜਾਬ ਦੇ ਵਾਸੀ ਪੰਜਾਬ ਦੀ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਵਾਸਤੇ ਤਿਆਰ ਹਾਂ, ਕਿਉਂਕਿ ਸਾਨੂੰ ਕੁਝ ਦਿਖਾਈ ਤਾਂ ਦੇਣਾ ਚਾਹੀਦਾ ਹੈ। ਇਸ ਉੱਤੇ ਸਰਕਾਰ ਨੂੰ ਕੰਮ ਕਰਨਾ ਪੈਣਾ, ਸਾਨੂੰ ਦਿਖਾਉਣ ਵਾਸਤੇ ਕਿ ਆਹ ਹੈ ਸਾਡਾ ਸੁਪਨਾ, ਆਹ ਹੈ ਸਾਡਾ ਰਸਤਾ, ਇਹ ਹੈ ਸਾਡੀ ਪਲੈਨਿੰਗ, ਆਓ ਮਿਲ ਕੇ ਇਹਦੇ ਉੱਤੇ ਕੰਮ ਕਰੀਏ। ਤਾਂ ਫਿਰ ਸਾਰੇ ਜਾਣੇ ਸੁਜੈਸ਼ਨ ਦੇਣਗੇ। ਜਦੋਂ ਤੁਹਾਡੇ ਕੋਲ ਕੋਈ ਚੀਜ਼ ਤਿਆਰ ਹੈਗੀ ਹੈ, ਉਹਦੇ ਉੱਤੇ ਸਲਾਹ ਹੋ ਸਕਦੀ ਹੈ, ਪਰ ਜੇ ਕੋਈ ਤਿਆਰ ਹੀ ਨਹੀਂ ਕੋਈ ਚੀਜ਼, ਤੇ ਸਲਾਹ ਕਾਹਦੀ ਦਈਏ ਤੁਹਾਨੂੰ? ਸਲਾਹ ਤਾਂ ਹੋ ਹੀ ਨਹੀਂ ਸਕਦੀ। ਇਸ ਕਰਕੇ ਪਹਿਲਾਂ ਆਪਣਾ ਹੋਮਵਰਕ ਕੰਪਲੀਟ ਕਰੋ, ਤਾਂ ਹੀ ਸਾਰੇ ਲੋਕ ਤਿਆਰ ਹੋਣਗੇ ਤੁਹਾਡੇ ਨਾਲ ਕੰਮ ਕਰਨ ਵਾਸਤੇ। ਬਹੁਤ ਬਹੁਤ ਸ਼ੁਕਰੀਆ ਰਾਜੀਵ ਜੀ, ਥੈਂਕ ਯੂ ਸੋ ਮਚ ਸਰ। ਮਿਹਰਬਾਨੀ ਜੀ ਕਪੂਰ ਸਰ। ਸੋ ਅਸੀਂ ਆਪਣੇ ਸਬਸਕ੍ਰਾਈਬਰਸ ਨੂੰ ਇਹ ਕਹਾਂਗੇ ਕਿ ਸਾਡਾ ਚੈਨਲ ਹੋਰ ਸਬਸਕ੍ਰਾਈਬ ਕਰੋ, ਹੋਰ ਅੱਗੇ ਵਧਾਓ ਸਾਡੇ ਇਸ ਪਲੇਟਫਾਰਮ ਨੂੰ, ਔਰ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੇ ਵਿਚਾਰ ਵੀ ਸਾਨੂੰ ਜ਼ਰੂਰ ਇਨਬਾਕਸ ਕਰੋ, ਔਰ ਇਸੇ ਤਰ੍ਹਾਂ ਹੀ ਬਣਦੇ ਰਹੋ ਪੰਜਾਬ ਮੇਲ USA TV ਦਾ ਹਿੱਸਾ। ਸਤਿ ਸ਼੍ਰੀ ਅਕਾਲ।